ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੈਲਕਮ ਟੂ ਦ ਅਨਦਰ ਸੈਸ਼ਨ ਆਫ ਗੇਮ ਆਫ ਲਾਈਫ, ਜਿਹਦੇ ਵਿੱਚ ਅਸੀਂ ਆਪਣਾ ਥਰਡ ਐਂਡ ਲਾਸਟ ਟੂਲ ਫॉर द ਗੇਮ ਆਫ ਲਾਈਫ ਡਿਸਕਸ ਕਰ ਰਹੇ ਹਾਂ ਲਾਸਟ ਵੀਕ ਤੋਂ। ਉਹ ਸਾਡੇ ਕੋਲ ਹੈ ਜੀ ਗੁਰਬਾਣੀ। ਤੇ ਹਾਂਜੀ, ਇਹ ਵਾਲੀ ਸਲਾਈਡ ਅਸੀਂ ਪਿਛਲੇ ਵੀਕ ਕਵਰ ਕੀਤੀ ਸੀਗੀ, ਬਟ ਵੀ ਵਿਲ ਵੈਰੀ ਕੁਇਕਲੀ ਰੀਕੈਪ ਕਰਾਂਗੇ ਇਹਨੂੰ। ਠੀਕ ਹੈ, ਹਾਂਜੀ। ਜੈਮਨ ਸਿੰਘ ਜੀ ਬੇਟੇ, ਤੁਸੀਂ ਸਿਰਫ ਜੋ ਫਸਟ ਵਾਲਾ ਹੈ ਉਹ ਪੜ੍ਹ ਦਿਓ ਤੁਸੀਂ, ਇਫ ਯੂ ਰੀਅਲੀ ਵਾਂਟ ਟੂ। जैमन सिंह जी। मैं मुझे नहीं पता, मैं म्यूट बटन। हाँ, कोई गल नहीं बेटे, इट्स ओके। Similarly, in life, we need a text that helps us become a good human. We need to be guided by someone to understand the difference between good and bad voice. We have a challenge to ignore our bad voice, and at times we keep following bad voice, assuming it's a good voice. ਹਾਂਜੀ, ਹੁਣ ਆਪਾਂ ਨਾ ਪਿਛਲੇ ਹਫਤੇ ਦੋ ਐਗਜ਼ਾਮਪਲਸ ਲਏ ਸੀਗੇ। ਇੱਕ ਅਸੀਂ ਲਿਆ ਸੀਗਾ ਮੈਡੀਕਲ ਸਕੂਲ ਦਾ, ਇੱਕ ਲਿਆ ਸੀ ਲਾਅ ਸਕੂਲ ਦਾ। ਠੀਕ ਹੈ, ਉਹ ਬੱਚਿਆਂ ਵਾਸਤੇ ਥੋੜਾ ਜਿਹਾ ਕਨਫਿਊਜ਼ਿੰਗ ਹੋ ਰਿਹਾ ਸੀ। ਸੋ ਆਪਾਂ ਕੁਇਕਲੀ ਇਹਨੂੰ ਜੇ ਆਪਾਂ ਆਪਣੀ ਲਾਈਫ ਵਿੱਚ ਦੇਖਣਾ ਹੋਏ ਕਿ ਜਿਵੇਂ ਹੁਣ ਤੁਸੀਂ ਆਪਣੇ ਸਕੂਲ ਜਾਂਦੇ ਹੋ, ਤੁਸੀਂ ਕੋਈ ਗੇਮ ਖੇਡਦੇ ਹੋ, ਜੇ ਤੁਸੀਂ ਸੌਕਰ ਖੇਡਦੇ ਹੋ ਤਾਂ ਯੂ ਡੂ ਗੋ ਟੂ ਦ ਸੌਕਰ ਫੀਲਡ ਟੂ ਲਰਨ ਐਂਡ ਪਲੇ ਦ ਸੌਕਰ। ਜਿਹੜੇ ਬੱਚੇ ਕ੍ਰਿਕਟ ਖੇਡਦੇ ਆ ਉਹ ਕ੍ਰਿਕਟ ਗਰਾਊਂਡ ਤੇ ਜਾਂਦੇ ਆ, ਜਿਹੜੇ ਟੈਨਿਸ ਖੇਡਦੇ ਆ ਉਹ ਟੈਨਿਸ ਗਰਾਊਂਡ ਤੇ ਜਾਂਦੇ ਆ, ਹੈ ਨਾ। ਇਸੇ ਤਰ੍ਹਾਂ ਹੀ ਤੁਸੀਂ ਜੇ ਕਿਸੇ ਕੋਈ ਵੀ ਮਿਊਜ਼ਿਕ ਦੀ ਟੀਚਿੰਗ ਲੈਂਦੇ ਹੋ, ਜੇ ਤੁਸੀਂ ਉੱਥੇ ਪਿਆਨੋ ਸਿੱਖਦੇ ਹੋ ਤਾਂ ਯੂ ਗੋ ਟੂ ਦ ਪਿਆਨੋ ਟੀਚਰ। ਕੋਈ ਵੀ ਅਸੀਂ ਜਿਹੜਾ ਲਰਨਿੰਗ ਕਰਨੀ ਹੁੰਦੀ ਹੈ, ਵੀ ਟਰਾਈ ਟੂ ਫਾਈਂਡ the best place where we can get the learning from there for the specific ਜਿਹੜਾ game or our life। ਠੀਕ ਹੈ, ਇਸੇ ਤਰ੍ਹਾਂ ਹੀ ਸਾਡੇ ਕੋਲ ਉਹਨੂੰ ਜੇ ਅਸੀਂ ਕੰਟੈਕਸਟ ਨੂੰ ਲਰਨ ਕਰਨਾ ਹੋਏ ਤਾਂ ਸਾਡੀ ਗੇਮ ਆਫ ਲਾਈਫ ਦੇ ਵਿੱਚ ਸਾਨੂੰ ਜਿਹੜੀ ਹੈ ਸਭ ਤੋਂ ਜ਼ਿਆਦਾ ਇੰਪੋਰਟੈਂਟ ਸਪੋਰਟ ਹੈਗੀ ਹੈ, ਉਹ ਗੁਰਬਾਣੀ ਦੀ ਹੈਗੀ ਹੈ। ਕਿਉਂਕਿ ਗੁਰਬਾਣੀ ਇਜ਼ ਪ੍ਰੋਵਾਈਡਿੰਗ ਅਸ ਦ ਰਿਕੁਆਇਰਡ ਗਾਈਡੈਂਸ ਟੂ ਵਿਨ ਦ ਗੇਮ ਆਫ ਲਾਈਫ, ਹੈ ਨਾ। ਅਸੀਂ ਇਹੀ ਗੱਲ ਕਰ ਰਹੇ ਹਾਂ। ਉਹਦੇ ਵਾਸਤੇ ਸਾਨੂੰ ਜੇ ਹੁਣ ਆਪਾਂ ਡਿਸਕਸ ਕੀਤਾ ਸੀ ਲਾਸਟ ਵੀਕ ਵੀ ਕਿ ਵੀ ਅਸੀਂ ਸਿੰਸ ਲਾਸਟ ਮੈਨੀ ਵੀਕਸ ਅਸੀਂ ਡਿਸਕਸ ਕਰ ਰਹੇ ਹਾਂ ਗੁੱਡ ਵੌਇਸ ਐਂਡ ਬੈਡ ਵੌਇਸ, ਐਂਡ ਵੀ ਆਰ ਆਲਸੋ ਡੂਇੰਗ ਦ ਹੋਮਵਰਕ ਐਜ਼ ਵੈਲ। ਬਟ ਸਾਨੂੰ ਔਨ ਗੋਇੰਗ ਚੈਲੰਜਸ ਆ ਰਹੇ ਨੇ ਕਿ ਅਸੀਂ ਬੈਡ ਵੌਇਸ ਨੂੰ ਉਨਾ ਹੀ ਲਿਸਨ ਕਰ ਰਹੇ ਹਾਂ ਅੱਜ ਵੀ, ਜਿੰਨਾ ਅੱਜ ਤੋਂ ਫਿਊ ਵੀਕਸ ਅਗੋ ਕਰ ਰਹੇ ਸੀ। It is getting a little bit better, but since we are talking a lot, discussing it and trying to implement this, we are still facing, all of us are still facing challenges. So ਉਹਦੇ ਵਾਸਤੇ ਸਾਨੂੰ ਆਪਾਂ ਡਿਸਕਸ ਕਰ ਰਹੇ ਸੀ ਕਿ we have to keep on going back to Gurbani. We have to keep telling ourselves, yes, there are a lot of things I can improve and from where I can get the guidance. ਹੁਣ ਸਾਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਕਿ ਵੀ ਮੈਂ ਗੁੱਡ ਵੌਇਸ ਨੂੰ ਲਿਸਨ ਕਰ ਰਿਹਾ ਕਿ ਨਹੀਂ ਕਰ ਰਿਹਾ, ਹੈ ਨਾ। ਵੀ ਹੈਵ ਵੈਰੀ ਥੋਰੋਲੀ ਗੋਨ ਥਰੂ ਦਿਸ। ਅਸੀਂ ਡਿਫਰੈਂਸ ਵਾਸਤੇ ਆਪਾਂ ਬਹੁਤ ਲਰਨ ਕਰ ਚੁੱਕੇ ਹਾਂ ਆਪਣੀਆਂ ਪਿਛਲੀਆਂ ਸੈਸ਼ਨਸ ਦੇ ਵਿੱਚ, ਤੁਸੀਂ ਰੀਵਿਜ਼ਿਟ ਕਰ ਸਕਦੇ ਹੋ ਉਹਨੂੰ। ਬਟ ਮੇਨ ਜੋ ਫੋਕਸ ਪੁਆਇੰਟ ਇਸ ਸਲਾਈਡ ਦਾ ਆਪਣਾ ਹੈਗਾ ਉਹ ਇਹ ਹੈ ਕਿ ਵੀ ਗੁਰਬਾਣੀ ਇਜ਼ ਅ ਟੂਲ which will provide me the required guidance and help me in remembering ਕਿ ਵੀ yes, ਮੈਂ ਆਪਣੀ ਜਿਹੜੀ ਲਾਈਫ ਨੂੰ ਈਜ਼ੀ ਬਣਾਉਣ ਵਾਸਤੇ ਕੀ ਫੰਕਸ਼ਨ ਕਰਨੇ ਨੇ ਔਰ ਆਪਣੀ ਗੁੱਡ ਵੌਇਸ ਨੂੰ ਕਿਸ ਤਰ੍ਹਾਂ ਲਿਸਨ ਕਰਨਾ ਹੈ। ਠੀਕ ਹੈ, ਦਿਸ ਇਜ਼ ਵੈਰੀ ਇੰਪੋਰਟੈਂਟ ਟੂ ਲਰਨ। ਜਿਵੇਂ ਮੈਂ ਸੌਕਰ ਖੇਡਣ ਜਾ ਰਿਹਾ ਤਾਂ ਸੌਕਰ ਖੇਡਣ ਲਈ ਮੈਨੂੰ ਇੱਕ ਅੱਛਾ ਸੌਕਰ ਪਲੇਅਰ ਬਣਨ ਲਈ ਮੈਨੂੰ ਆਪਣੇ ਟੀਚਰ ਨੂੰ ਪੂਰੇ ਧਿਆਨ ਨਾਲ ਪੂਰੇ ਫੋਕਸ ਲਗਾ ਕੇ ਸੁਣਨਾ ਹੀ ਪਏਗਾ, ਤਾਂ ਹੀ ਮੈਂ ਉਹ ਲਰਨ ਕਰ ਸਕਦਾ ਜੋ ਮੈਨੂੰ ਟੀਚਰ ਸਮਝਾ ਰਿਹਾ। ਜੇ ਮੈਂ ਉਹਦੀ ਗੱਲ ਨੂੰ ਨਹੀਂ ਲਿਸਨ ਕਰਾਂਗਾ ਤਾਂ ਹੋ ਸਕਦਾ ਮੈਂ ਬਹੁਤ ਸਾਰੀਆਂ ਚੀਜ਼ਾਂ ਮਿਸ ਕਰ ਜਾਵਾਂਗਾ। ਇਸੇ ਤਰ੍ਹਾਂ ਹੀ ਜਦੋਂ ਆਪਾਂ ਹੁਣ ਪਹਿਲਾਂ ਡਿਸਕਸ ਕਰ ਰਹੇ ਸੀ, ਬੜੇ ਸਾਰੇ ਬੱਚਿਆਂ ਨੇ ਕਿਹਾ ਸੀ ਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਸਾਡਾ ਜਿਹੜਾ ਧਿਆਨ ਹੈ ਉਹ ਨਹੀਂ ਲੱਗਦਾ, ਹੈ ਨਾ। ਹੁਣ ਉਹ ਇਸੇ ਕਰਕੇ ਨਹੀਂ ਲੱਗਦਾ ਕਿਉਂਕਿ ਸਾਨੂੰ ਰੀਜ਼ਨ ਨਹੀਂ ਪਤਾ ਕਿ ਵਾਈ ਆਰ ਵੀ ਰੀਡਿੰਗ ਦਾ ਗੁਰਬਾਣੀ। ਜੇ ਸਾਨੂੰ ਰੀਜ਼ਨ ਪਤਾ ਲੱਗ ਜਾਏਗਾ ਫਿਰ ਸਾਡਾ ਜਿਹੜਾ ਧਿਆਨ ਹੈ ਉਹ ਗੁਰਬਾਣੀ ਵਿੱਚ ਲੱਗਣ ਲੱਗ ਜਾਏਗਾ। ਫਿਰ ਵੀ ਵਿਲ ਸਟਾਰਟ ਟੂ ਲਿਵ ਵਿਦ ਗੁਰਬਾਣੀ, ਕਿਉਂਕਿ ਸਾਨੂੰ ਪਤਾ ਹੋਏਗਾ
ਜਿਵੇਂ ਕਿ ਅਸੀਂ ਕ੍ਰਿਕਟ ਖੇਡਣ ਜਾ ਰਹੇ ਹਾਂ, ਸਾਨੂੰ ਪਤਾ ਹੈ ਕਿ ਵੀ ਆਰ ਗੋਇੰਗ ਟੂ ਦ ਗਰਾਊਂਡ ਟੂ ਲਰਨ ਕ੍ਰਿਕਟ, ਸੋ ਅਸੀਂ ਆਪਣਾ ਧਿਆਨ ਲਗਾ ਸਕਦੇ ਹਾਂ। ਇਸੇ ਤਰ੍ਹਾਂ ਹੀ ਜਦੋਂ ਅਸੀਂ ਗੁਟਕਾ ਚੁੱਕਾਂਗੇ, ਪਾਠ ਕਰਨ ਲਈ ਬੈਠਾਂਗੇ, ਵੀ ਨੋ ਵਾਈ ਆਰ ਵੀ ਰੀਡਿੰਗ ਦ ਗੁਰਬਾਣੀ। ਹਾਂ, ਐਟ ਟਾਈਮਸ ਸਾਨੂੰ ਚੀਜ਼ਾਂ ਸਮਝ ਨਹੀਂ ਆਉਣਗੀਆਂ, ਬਟ ਸਕੂਲ ਵਿੱਚ ਵੀ ਇੱਦਾਂ ਹੀ ਹੁੰਦਾ ਹੈ, ਗੇਮ ਵਿੱਚ ਵੀ ਇੱਦਾਂ ਹੀ ਹੁੰਦਾ ਹੈ। ਅਸੀਂ ਆਪਣੇ ਟੀਚਰਸ ਨੂੰ ਪੁੱਛਦੇ ਹਾਂ ਅਗੇਨ ਐਂਡ ਅਗੇਨ, ਇੱਥੇ ਵੀ ਅਸੀਂ ਆਪਣੇ ਪੇਰੈਂਟਸ ਤੋਂ, ਅਸੀਂ ਜਾਂ ਕਿਸੇ ਵੀ ਹੋਰ ਗਰੋਨ ਅਪਸ ਤੋਂ, ਐਲਡਰਸ ਤੋਂ ਗਾਈਡੈਂਸ ਲੈ ਸਕਦੇ ਹਾਂ, ਪੁੱਛ ਸਕਦੇ ਹਾਂ, ਓਕੇ ਆਈ ਐਮ ਡੂਇੰਗ ਦ ਪਾਠ, ਆਈ ਡੋਂਟ ਅੰਡਰਸਟੈਂਡ ਕੋਈ ਸ਼ਬਦ, ਕੋਈ ਪੰਕਤੀ, ਕੋਈ ਵਰਡ, ਬਟ ਵੀ ਕਾਂਟ ਜਸਟ ਸੇ ਕਿ ਉਹ ਮੈਨੂੰ ਸਮਝ ਨਹੀਂ ਆ ਰਿਹਾ, ਇਸ ਕਰਕੇ ਮੇਰਾ ਧਿਆਨ ਨਹੀਂ ਲੱਗ ਰਿਹਾ, ਹੈ ਨਾ। ਰੀਜ਼ਨ ਇਹ ਹੈ ਕਿ ਵੀ ਮੈਂ ਗੁਰਬਾਣੀ ਇਸ ਕਰਕੇ ਪੜ੍ਹ ਰਿਹਾ ਕਿਉਂਕਿ ਆਈ ਵਾਂਟ ਟੂ ਲਰਨ ਦ ਗਾਈਡੈਂਸ ਫਰੋਮ ਗੁਰਬਾਣੀ, ਕਿ ਵੀ ਹਾਊ ਕੈਨ ਆਈ ਲਿਵ ਮਾਈ ਲਾਈਫ in a better way, as a better person than I am now, ਠੀਕ ਹੈ। ਸੋ ਉਹ ਸਾਰੀ ਜਿਹੜੀ ਟੀਚਿੰਗਸ ਨੇ ਸਾਨੂੰ ਗੁਰਬਾਣੀ ਨੇ ਪ੍ਰੋਵਾਈਡ ਕਰਨੀਆਂ ਨੇ, that is the prime focus of ਗੁਰਬਾਣੀ। ਠੀਕ ਹੈ ਜੀ। ਇੱਥੇ ਕਿਸੇ ਬੱਚੇ ਨੂੰ ਕੋਈ ਕੁਐਸਚਨ ਹੈਗਾ ਹੋਰ? ਪਿਛਲੇ ਵਾਰੀ ਥੋੜੀ ਜੀ ਕਨਫਿਊਜ਼ਨ ਸੀਗੀ, ਸੋ ਆਈ ਜਸਟ ਵਾਂਟਡ ਟੂ ਮੇਕ ਸ਼ੋਰ ਕਿ ਸਾਨੂੰ ਇਹ ਗੱਲ ਸਮਝ ਆ ਜਾਵੇ ਕਿ what is ਗੁਰਬਾਣੀ doing, ਹੈ ਨਾ, ਇਸ ਸਾਰੀ ਗੇਮ ਆਫ ਲਾਈਫ ਦੇ ਵਿੱਚ। ਡੂ ਵੀ ਹੈਵ ਐਨੀ ਕੁਐਸਚਨਸ? ਹਾਂਜੀ, ਇੱਕ ਦਾਤ ਕੌਰ ਜੀ ਤੁਸੀਂ ਪੜ੍ਹ ਦਿਓ ਬੇਟੇ। Gurbani helps us understand the message of good voice / jot. It also has the teachings to help us understand what will be the consequences of listening to bad voice. Mind. ਐਕਸਲੈਂਟ। ਦੇਖੋ ਹੁਣ ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਨਾ ਵੀ what is ਗੁਰਬਾਣੀ doing, it is helping me, it is constantly helping me। ਤੁਸੀਂ ਇਕਦਾਤ ਕੌਰ ਜੀ ਮਿਊਟ ਕਰ ਦਿਓ ਬੇਟੇ ਪਲੀਜ਼। ਹਾਂਜੀ, ਸੋ ਗੁਰਬਾਣੀ is helping us to understand the message of good voice। ਸਾਨੂੰ ਗੁਰਬਾਣੀ ਬਾਰ-ਬਾਰ ਪੜ੍ਹ ਕੇ ਕੀ ਗਾਈਡੈਂਸ ਮਿਲ ਰਹੀ ਹੈ ਕਿ ਜੇ ਅਸੀਂ ਆਪਣੀ ਗੁੱਡ ਵੌਇਸ ਨੂੰ ਨਹੀਂ ਲਿਸਨ ਕਰਾਂਗੇ ਤਾਂ ਫਿਰ ਸਾਨੂੰ ਉਹਦਾ ਰਿਜ਼ਲਟ ਕੀ ਹੋਏਗਾ, ਆਊਟਕਮ ਕੀ ਹੋਏਗਾ। ਹੁਣ ਆਪਾਂ ਬੜੇ ਸਾਰੇ ਬੱਚਿਆਂ ਨੇ ਆਪਣੇ ਹੋਮਵਰਕ ਵਿੱਚ ਵੀ ਲਿਖੀਆਂ ਹੁੰਦੀਆਂ ਇਹ ਸਾਰੀਆਂ ਗੱਲਾਂ, ਠੀਕ ਹੈ। ਤੁਸੀਂ ਕਹਿੰਦੇ ਹੋ ਕਿ ਵੀ ਤੁਸੀਂ ਆਪਣੇ ਨੈਪ ਪਲਾਨ ਵਾਸਤੇ ਪੜ੍ਹਾਈ ਕੀਤੀ, ਤੁਸੀਂ ਲਿਸਨ ਕੀਤਾ ਗੁੱਡ ਵੌਇਸ ਨੂੰ, ਹੈ ਨਾ। ਬੜੇ ਸਾਰੇ ਬੱਚਿਆਂ ਨੇ ਲਿਖਿਆ ਕਿ ਮੈਂ ਪਾਠ ਕੀਤਾ ਰੈਗੂਲਰਲੀ। ਕਿੰਨੇ ਸਾਰੇ ਬੱਚਿਆਂ ਨੇ ਲਿਖਿਆ ਸੀਗਾ ਕਿ ਮੈਂ ਆਪਣੇ ਪੇਰੈਂਟਸ ਨੂੰ ਸਪੋਰਟ ਕੀਤਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਜੇ ਅਸੀਂ ਆਪਣੀ ਪੜ੍ਹਾਈ ਨਹੀਂ ਕਰਾਂਗੇ ਤਾਂ ਉਹਦਾ ਰਿਜ਼ਲਟ ਵੀ ਮੈਨੂੰ ਹੀ ਫੇਸ ਕਰਨਾ ਪਏਗਾ। ਸੋ ਦਿਸ ਇਜ਼ ਵਾਟ ਗੁਰਬਾਣੀ ਇਜ਼ ਡੂਇੰਗ। ਗੁਰਬਾਣੀ ਇਜ਼ ਹੈਲਪਿੰਗ ਮੀ ਇਨ ਰਿਮਾਈਂਡਿੰਗ ਮੀ ਦ ਮੈਸੇजेस ਬਾਰ-ਬਾਰ ਕਿ you have to keep on listening to your good voice। ਹੁਣ ਆਪਾਂ ਇਹ ਪਹਿਲਾਂ ਡਿਸਕਸ ਕਰ ਚੁੱਕੇ ਹਾਂ a lot of times ਕਿ ਮੈਨੂੰ ਬਾਰ-ਬਾਰ ਰਿਮਾਈਂਡਰਸ ਦੀ ਕਿਉਂ ਲੋੜ ਹੈ। ਹੁਣ ਜਿਵੇਂ ਕਿ ਅਸੀਂ ਕਿੰਨੇ ਚਿਰ ਤੋਂ ਗੁੱਡ ਵੌਇਸ ਐਂਡ ਬੈਡ ਵੌਇਸ ਦਾ ਹੋਮਵਰਕ ਕਰ ਰਹੇ ਹਾਂ, ਜੇ ਇਹ ਸਾਡੇ ਕੋਲ ਰਿਮਾਈਂਡਰ ਨਹੀਂ ਹੋਏਗਾ then we will not get into the habit of listening to the good voice। ਜੇ ਅਸੀਂ ਕਨਸਟੈਂਟਲੀ ਆਪਣੀ ਨਹੀਂ ਲਿਸਨ ਕਰਾਂਗੇ, ਫੋਕਸ ਕਰਾਂਗੇ ਜਾਂ ਇਹਨੂੰ ਰਿਮਾਈਂਡਰ ਦੇਵਾਂਗੇ ਆਪਣੇ ਬ੍ਰੇਨ ਨੂੰ, ਆਪਣੀ ਬੁੱਧੀ ਨੂੰ, ਤਾਂ ਸਾਡੀ ਹੈਬਿਟ ਡਿਵੈਲਪ ਹੋ ਰਹੀ ਹੈ। ਇਟ ਇਜ਼ ਅ ਨਾਰਮਲ ਪ੍ਰੈਕਟਿਸ ਸਾਡੇ ਕਿਸੇ ਵਾਸਤੇ ਵੀ ਕਿ ਅਸੀਂ ਬੈਡ ਵੌਇਸ ਨੂੰ ਲਿਸਨ ਕਰਨ ਵੱਲ ਮੋਰ ਇਨਕਲਾਈਨ ਹੁੰਦੇ ਹਾਂ ਕਿਉਂਕਿ ਸਾਨੂੰ ਉਹ ਗਾਈਡੈਂਸ ਨਹੀਂ ਮਿਲ ਰਹੀ, ਠੀਕ ਹੈ ਨਾ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਟੂ ਅੰਡਰਸਟੈਂਡ ਕਿ ਵੀ ਅਸੀਂ ਗੁਰਬਾਣੀ ਦੀ ਸਪੋਰਟ ਬਾਰ-ਬਾਰ ਇਸ ਕਰਕੇ ਲੈ ਰਹੇ ਹਾਂ ਕਿਉਂਕਿ ਵੀ ਆਰ ਆਲ ਹੀਅਰ ਟੁਗੇਦਰ ਐਜ਼ ਅ ਟੀਮ ਟੂ ਹੈਲਪ all of us become a better individual, better human being। so ਅਸੀਂ ਉਹਦੇ ਵਾਸਤੇ repeatedly ਗੁਰਬਾਣੀ ਕੋਲ ਜਾ ਰਹੇ ਹਾਂ to seek the support। ਸੋ ਗੁਰਬਾਣੀ ਦਾ ਫੰਕਸ਼ਨ ਹੈਗਾ ਮੇਰੇ ਬ੍ਰੇਨ ਨੂੰ, ਮੇਰੀ ਬੁੱਧੀ ਨੂੰ ਟ੍ਰੇਨਿੰਗ ਦੇਣਾ, ਉਹਨਾਂ ਨੂੰ ਕੀਪ ਔਨ ਰਿਮਾਈਂਡਿੰਗ
ਵੀ how can I improve myself, ਜੋ ਆਪਾਂ right at the very beginning of these sessions discuss ਕੀਤਾ ਸੀ ਕਿ ਸਾਡਾ prime ਜਿਹੜਾ objective from these sessions will be to remain focused on improving ourselves। ਜੇ ਅਸੀਂ ਆਪਣਾ ਸਾਰਾ ਧਿਆਨ ਆਪਣੇ ਆਪ ਨੂੰ ਇੰਪਰੂਵ ਕਰਨ ਵਿੱਚ ਲਗਾਵਾਂਗੇ then that will help me constantly grow। ਕਿਉਂਕਿ ਜੇ ਮੈਂ ਅੱਜ ਇੱਕ ਅੱਛਾ ਬੱਚਾ ਹੈਗਾ so I can still become a lot better than this, so I will constantly keep on doing the ਜਿਹੜੀ ਹੈ self reflection, ਜਿਹੜੀਆਂ ਕਿ ਆਪਾਂ ਪਹਿਲਾਂ ਸਾਰੀਆਂ ਗੱਲਾਂ ਕਰ ਚੁੱਕੇ ਹਾਂ। Is that clear ਜੀ ਬੱਚਿਓ? ਕੋਈ ਇਹਦੇ ਚ ਤੁਹਾਨੂੰ ਕੋਈ ਕੁਝ ਕਨਫਿਊਜ਼ਨ ਤਾਂ ਨਹੀਂ ਆ ਰਹੀ? ਹੁਣ ਕੋਈ ਡਾਊਟ ਲੱਗ ਰਿਹਾ? ਇਹਦੇ ਚ ਵੀਰ ਜੀ ਤੁਹਾਨੂੰ ਬੱਚਿਆਂ ਨੂੰ ਹੋ ਸਕੇ ਤਾਂ ਫਾਲੋ ਵਾਲਾ ਐਗਜ਼ਾਮਪਲ ਵੀ ਕਰਾ ਦਿਓ। ਜਦੋਂ ਅਸੀਂ ਗੇਮ ਖੇਡਦੇ ਹਾਂ when we don't follow the rules then there is a foul। ਸੋ ਗੁਰਬਾਣੀ ਮੈਨੂੰ ਫਾਉਲ ਵੀ ਨਾਲ ਸਮਝਾ ਰਹੀ ਹੈ ਵੀ ਮੈਨੂੰ ਯੈਲੋ ਕਾਰਡ ਰੈੱਡ ਕਾਰਡ ਨਾ ਮਿਲੇ। ਸੋ ਹੋ ਸਕਦਾ ਬੱਚਿਆਂ ਨੂੰ ਪਤਾ ਵੀ ਹੋਏ, ਬੱਚਿਆਂ ਨੂੰ ਪੁੱਛ ਵੀ ਸਕਦੇ ਹਾਂ ਜੇ ਅਸੀਂ ਰੂਲ ਨਹੀਂ ਫੋਲੋ ਕਰਦੇ ਤਾਂ ਫਿਰ ਕੀ ਹੁੰਦਾ ਗੇਮ 'ਚ। ਜਾਂ ਮੈਡਮ ਸਕੂਲ 'ਚ ਵੀ ਇਹਨਾਂ ਨੂੰ ਦੇ ਦਿੰਦੇ ਨਾ ਟਾਈਮ ਜਿਹੜਾ ਬਾਹਰ ਬੈਠਣਾ ਹੁੰਦਾ ਇਹਨਾਂ ਨੂੰ, ਉਹਦਾ ਕੋਈ ਸਪੈਸੀਫਿਕ ਨਾਮ ਹੁੰਦਾ ਉਹਦਾ, ਪਤਾ ਹੀ ਹੋਏ ਹੈ ਕੀ ਕਹਿੰਦੇ ਨੇ ਵੀਰ ਸਿੰਘ? ਹਾਂ, ਉਹ ਉਹਨਾਂ ਨੂੰ ਉਸ ਐਗਜ਼ਾਮਪਲ ਦੇ ਥਰੂ ਸਮਝਾਵਾਂਗੇ, ਸ਼ਾਇਦ ਹੋ ਸਕਦਾ ਹੋਰ ਵੀ ਬੈਟਰ ਸਮਝ ਆ ਜਾਏ ਕਿ ਵੈਨ ਵੀ ਡੋਂਟ ਫੋਲੋ ਦਾ ਰੂਲਸ। ਸੋ ਗੁਰਬਾਣੀ ਤੁਹਾਨੂੰ ਉਹੀ ਦੱਸ ਰਹੀ ਰੂਲਸ ਕੀ ਨੇ ਤੇ ਫਾਉਲਸ ਕੀ ਨੇ। ਹਨਾ, ਇਹੀ ਰੂਲ ਹੈ। ਇਸੇ ਕਰਕੇ ਅਸੀਂ ਗੁਰਬਾਣੀ ਨੂੰ ਬੜਾ ਇੰਪੋਰਟੈਂਟ ਟੂਲ ਸਮਝਦੇ ਹਾਂ, ਕਿਉਂਕਿ ਅਸੀਂ ਆਪਣੀ ਗੇਮ ਖੇਡ ਰਹੇ ਹਾਂ ਸੈਲਫ ਇੰਪਰੂਵਮੈਂਟ ਵਾਸਤੇ। ਸੋ ਜੇ ਅਸੀਂ ਇਹਨੂੰ ਨਹੀਂ ਸਮਝਾਂਗੇ ਦੈਨ constantly ਜਿਹੜਾ ਅਸੀਂ ਸੌਕਰ ਵੀ ਖੇਡਦੇ ਹਾਂ then we will keep on getting that yellow card or red card, ਹੈ ਨਾ। ਮੈਨੂੰ ਬਾਰ-ਬਾਰ ਬਾਹਰ ਕੱਢਣਗੇ ਉਹ ਗੇਮ ਚੋਂ। I will not be able to enjoy the game, I will not be able to participate in the game। ਸੋ ਪਰ ਜੇ ਮੈਂ ਪਾਰਟਿਸਿਪੇਟ ਕਰਨਾ ਹੈ, ਮੈਂ ਉਹਨੂੰ ਇੰਜੋਏ ਕਰਨਾ ਹੈ ਔਰ ਮੈਂ ਇਹਨੂੰ ਵਿਨ ਕਰਨਾ ਹੈ then I have to understand the ਜਿਹੜੇ ਰੂਲਸ ਨੇ ਉਹ, ਜਿਵੇਂ ਆਪਾਂ ਆਪਣੇ ਆਉਣ ਵਾਲੇ ਚੈਪਟਰਸ ਦੇ ਵਿੱਚ ਇਹਨੂੰ ਲਰਨ ਕਰਾਂਗੇ ਸਾਰੇ ਰੂਲਸ ਨੂੰ। But yes, Gurbani is reminding me about the rules ਜਿਹੜੇ ਨੇ, ਹੈ ਨਾ। It is constant training for my brain। ਸੋ ਉੱਥੇ ਆਪਾਂ ਇੱਕ ਹੋਰ ਵੀ ਗੱਲ ਕੀਤੀ ਸੀਗੀ ਕਿ ਵੀ ਵਾਈ ਗੁਰਬਾਣੀ, ਹੈ ਨਾ। ਗੁਰਬਾਣੀ ਇਸ ਕਰਕੇ ਹੈਗੀ ਹੈ ਕਿ ਵੀ ਟਰਸਟ ਸਾਰੇ ਇੰਡੀਵਿਜੂਅਲਸ ਜਿਨ੍ਹਾਂ ਨੇ ਇਹ ਗੁਰਬਾਣੀ ਲਿਖੀ ਹੈ, ਵੀ ਹੈਵ ਫੁੱਲ ਫੇਥ ਕਿ ਉਹਨਾਂ ਨੇ ਆਪਣੀ ਲਾਈਫ ਦੇ ਐਕਸਪੀਰੀਅੰਸ ਵਿੱਚੋਂ ਇਹ ਗੁਰਬਾਣੀ ਲਿਖੀ ਹੈ। ਜਿਵੇਂ ਕਿ ਮੇਰਾ ਕੋਈ ਸੌਕਰ ਦਾ ਕੋਚ ਹੈ, ਉਹ ਮੈਨੂੰ ਸੌਕਰ ਦੀ ਟ੍ਰੇਨਿੰਗ ਤਾਂ ਹੀ ਦੇ ਰਿਹਾ ਕਿਉਂਕਿ ਉਹਨੇ ਪਹਿਲਾਂ ਆਪਣੇ ਆਪ ਨੂੰ ਪੂਰੀ ਟ੍ਰੇਨਿੰਗ ਦਿੱਤੀ ਹੈ। ਹੀ ਨੋਜ਼ ਐਵਰੀਥਿੰਗ ਅਬਾਊਟ ਸੌਕਰ, ਤਾਂ ਹੀ ਉਹ ਮੈਨੂੰ ਅੱਜ ਸੌਕਰ ਦੀ ਟ੍ਰੇਨਿੰਗ ਦੇ ਪਾ ਰਿਹਾ ਹੈ। ਜਿਹੜਾ ਮੇਰਾ ਮਿਊਜ਼ਿਕ ਟੀਚਰ ਹੈ, ਉਹਨਾਂ ਨੇ ਪਹਿਲਾਂ ਆਪਣੇ ਆਪ ਨੂੰ ਟ੍ਰੇਨ ਕੀਤਾ, ਨਾਓ ਦੇ ਆਰ ਏਬਲ ਟੂ ਟੀਚ ਮੀ ਐਂਡ ਐਵਰੀਬਡੀ ਐਲਸ ਅਰਾਊਂਡ ਮੀ, ਕਿਉਂਕਿ ਹੁਣ ਉਹਨਾਂ ਨੇ ਟ੍ਰੇਨਿੰਗ ਦਿੱਤੀ। ਇਸੇ ਤਰ੍ਹਾਂ ਹੀ ਇਹ ਭਗਤਾਂ ਦਾ ਜੀਵਨ, ਉਹਨਾਂ ਨੇ ਆਪਣੀ ਲਾਈਫ ਵਿੱਚ ਸਾਰੀ ਆਪਣੀ ਸੈਲਫ ਇੰਪਰੂਵਮੈਂਟ ਜਰਨੀ ਨੂੰ ਐਕਸਪੀਰੀਅੰਸ ਕੀਤਾ, ਐਕਸਪੀਰੀਅੰਸ ਕਰਕੇ ਫਿਰ ਉਹਨਾਂ ਨੇ ਡਾਕੂਮੈਂਟ ਕੀਤਾ ਸੋ ਦੈਟ ਪੀਪਲ ਲਾਈਕ ਅਸ ਕੈਨ ਟੇਕ ਐਡਵਾਂਟੇਜ ਨਾਓ ਉਹਨਾਂ ਦੇ ਐਕਸਪੀਰੀਅੰਸ ਵਿੱਚੋਂ। So this is a very good thing ਕਿ ਵੀ at least we have a text which we can refer to if we really want to participate in this game of life। So we are very lucky and we have full faith ਕਿ ਵੀ ਉਹਨਾਂ ਨੇ ਇਹ ਵਾਲਾ ਭਰੋਸੇ ਨਾਲ ਅਸੀਂ ਵੀ ਉਹਨਾਂ ਨੇ ਆਪਣੇ ਜੀਵਨ ਵਿੱਚ ਇਸ ਚੀਜ਼ ਨੂੰ ਐਕਸਪੀਰੀਅੰਸ ਕਰਕੇ they became the good individuals to lead the society and then they shared that experience with us। ਠੀਕ ਹੈ ਨਾ। ਇਹ ਅਸੀਂ ਪਹਿਲਾਂ ਲਾਸਟ ਵੀਕ ਡਿਸਕਸ ਕੀਤਾ ਸੀਗਾ। ਜੇ ਇਹਦੇ ਵਿੱਚ ਵੀ ਤੁਹਾਨੂੰ ਕੋਈ ਵੀ ਇਹਦੇ ਵਿੱਚ ਕਨਫਿਊਜ਼ਨ ਹੋਏਗੀ, ਆਮ ਹੈਪੀ ਟੂ ਆਨਸਰ ਐਨੀ ਕੁਐਸਚਨਸ ਹੀਅਰ। ਠੀਕ ਹੈ। ਹਾਂਜੀ ਤਰਨ ਸਿੰਘ ਜੀ, ਤੁਸੀਂ ਬੇਟੇ ਪੜ੍ਹ ਦੋਗੇ ਇਹ ਲਾਸਟ ਵਾਲੀ ਜਿਹੜੀ ਲਾਈਨ ਹੈਗੀ ਹੈ? We are fortunate to have the message of Jyot written in very simple language that can help us train our mind to obey these rules and keep self-improving। ਇਹ ਸਾਰੀ ਆਪਾਂ ਹੁਣ ਗੱਲ ਕਰ ਲਈ, ਠੀਕ ਹੈ ਨਾ। ਕਿ ਵੀ ਇਟਸ ਜਸਟ ਵੀ ਆਰ ਵੈਰੀ ਲੱਕੀ ਕਿ ਸਾਡੇ ਕੋਲ ਇੱਕ ਟੈਕਸਟ ਹੈਗਾ, ਬਿਕਾਜ਼ ਵੀ ਆਰ ਆਲ here in through these classes, or otherwise we are talking how can I improve myself।
ਸੋ ਜਦੋਂ ਅਸੀਂ ਇਸ ਟੌਪਿਕ ਬਾਰੇ ਗੱਲ ਕਰ ਰਹੇ ਹਾਂ, we do have a text we can refer to, ਜਿਹਨੂੰ ਅਸੀਂ ਗੁਰਬਾਣੀ ਕਹਿੰਦੇ ਹਾਂ। ਅਸੀਂ ਗੁਰਬਾਣੀ ਗੁਰਦੁਆਰੇ ਜਾਂਦੇ ਹਾਂ, ਅਸੀਂ ਮੱਥਾ ਟੇਕਦੇ ਹਾਂ, ਇਸੇ ਕਰਕੇ ਮੱਥਾ ਟੇਕਦੇ ਹਾਂ ਕਿ yes we agree, we pledge that yes we will seek the knowledge and we will try to implement this knowledge in our life to improve ourselves। ਇਹ ਸਾਰੇ ਬੱਚਿਆਂ ਨੂੰ ਪਤਾ ਜੀ ਇਹ ਗੱਲ ਦਾ ਕਿ ਵੀ ਅਸੀਂ ਗੁਰਦੁਆਰੇ ਮੱਥਾ ਕਿਉਂ ਟੇਕਦੇ ਹੈਗੇ ਹਾਂ? ਮੈਂ ਹੁਣੇ ਐਕਸਪਲੇਨ ਕੀਤਾ ਵੈਸੇ ਤਾਂ, ਬਟ ਡੂ ਵੀ ਆਲ ਨੋ? ਹਾਂਜੀ ਦੱਸ ਸਕਦੇ ਹੋ ਤੁਸੀਂ ਬੇਟੇ? ਹਾਂਜੀ ਕਿਉਂਕਿ ਫਿਰ ਤੁਸੀਂ ਹੈਪੀ ਹੋਗੇ, ਉਹ ਫਿਰ ਬਾਬਾ ਜੀ ਤੁਹਾਡੇ ਨਾਲ ਹੀ ਆਉਣਗੇ, ਉਹ ਫਿਰ ਤੁਸੀਂ ਸਮਝ ਸਕਦੇ ਹੋ ਕਿ ਗੁਰਬਾਣੀ ਦਾ ਮਤਲਬ ਕੀ ਹੈ, और वो कैसे इम्प्रूव करने का, हो गुड रहने का। ਠੀਕ ਹੈ ਜੀ, ਠੀਕ ਹੈ, ਓਕੇ। ਕੋਈ ਹੋਰ ਬੱਚਾ ਵੀ ਦੱਸ ਸਕਦਾ ਜੀ? ਐਨੀਵਨ ਐਲਸ? ਹਾਂਜੀ ਤਰਨ ਸਿੰਘ ਜੀ। Because there's a source of knowledge in the Granth Sahib. ਠੀਕ ਹੈ, that's excellent, very good। ਹਾਂਜੀ anyone else? ਹਾਂਜੀ ਬੀਰ ਸਿੰਘ ਜੀ, ਤੁਸੀਂ ਦੱਸ ਸਕਦੇ ਹੋ? ਹਾਂਜੀ ਅਸੀਂ ਆਪਾਂ ਸਮਝ ਸਕਦੇ ਹਾਂ ਕਿ ਆਪਾਂ ਜੋ ਕਰ ਰਹੇ ਹਾਂ ਉਹ ਸਹੀ ਹੈ ਕਿ ਨਹੀਂ। ਔਰ ਜਦ ਤੁਸੀਂ ਜੇ ਤੁਹਾਡੀ ਲਾਈਫ ਦੇ ਬਾਰੇ ਹੁੰਦੇ ਕਿ ਜਦ ਤੁਸੀਂ ਬੈਡ ਵਰਡਸ ਨੂੰ ਲਿਸਨ ਕਰਦੇ ਹੋ ਤਾਂ ਕੀ ਹੁੰਦਾ ਹੈ, ਜੇ ਤੁਸੀਂ ਜੇ ਗੁੱਡ ਵਰਡਸ ਨੂੰ ਲਿਸਨ ਕਰਦੇ ਹੋ ਕੀ ਹੁੰਦਾ ਹੈ ਕਿ ਤੁਸੀਂ ਕਿਤਨਾ ਹਾਊ ਡੂ ਯੂ ਫੀਲ, ਔਰ ਤੁਸੀਂ ਕਿਤਨਾ ਅੱਛਾ ਕੰਮ ਕਰਦੇ ਹੋ। ਜਿਵੇਂ ਤੁਹਾਡੇ ਅੰਦਰ ਜਿੱਦੀ ਤੁਹਾਡੀ ਜੋਤ ਦੇ ਬਾਰੇ ਗੱਲ ਕਰ ਰਹੀ ਹੁੰਦੀ ਹੈ, ਔਰ ਜਦ ਉਹ ਗੱਲ ਕਰਦੇ ਤਾਂ ਤੁਹਾਨੂੰ ਸਮਝ ਆ ਜਾਂਦਾ ਹੈ ਤਾਂ ਅੱਛਾ ਹੁੰਦਾ ਹੈ, ਕਿਉਂਕਿ ਫਿਰ ਜੇ ਤੁਸੀਂ ਗੁਰਬਾਣੀ ਪੜ੍ਹਦੇ ਹੋ ਤੇ ਫਿਰ ਉਹ ਤੁਹਾਨੂੰ ਸਿਖਾ ਰਿਹਾ ਹੁੰਦਾ ਬਹੁਤ ਜ਼ਿਆਦਾ ਕਿ ਤੁਸੀਂ ਕਿੱਦਾਂ ਸਹੀ ਕੰਮ ਕਰ ਸਕਦੇ ਹੋ, ਬੈਡ ਕੰਮ ਨੂੰ ਰੋਕ ਸਕਦੇ ਹੋ, ਔਰ ਬੈਡ ਹੈਬਿਟਸ ਨੂੰ ਬੰਦ ਕਰਕੇ ਅੱਛਾ ਹੈਬਿਟ ਕਰਨੇ ਵਿੱਚ। ਐਕਸਲੈਂਟ ਐਕਸਲੈਂਟ, ਵੈਰੀ ਗੁੱਡ ਵੈਰੀ ਗੁੱਡ। ਠੀਕ ਹੈ ਨਾ। ਹੁਣ ਸਾਨੂੰ ਪਤਾ ਚੱਲ ਗਿਆ ਨਾ ਸਾਰਿਆਂ ਨੂੰ ਕਿ ਵੀ ਅਸੀਂ ਗੁਰਦੁਆਰੇ ਜਾਂਦੇ ਹਾਂ, ਅਸੀਂ ਮੱਥਾ ਟੇਕਦੇ ਹਾਂ, ਅਸੀਂ ਗੁਰਬਾਣੀ ਨੂੰ ਮੱਥਾ ਟੇਕਦੇ ਹਾਂ। ਇਸ ਕਰਕੇ ਮੱਥਾ ਟੇਕਦੇ ਹਾਂ ਕਿਉਂਕਿ ਵੀ ਜਸਟ ਐਕਸੈਪਟ that the fact ਕਿ ਵੀ ਯਸ ਗੁਰਬਾਣੀ ਕੋਲ ਉਹ ਨੌਲੇਜ ਹੈਗੀ ਹੈ ਜਿਹੜੀ ਮੈਨੂੰ ਹੈਲਪ ਕਰ ਸਕਦੀ ਹੈ ਟੂ ਸੈਲਫ ਇੰਪਰੂਵ। ਸੋ ਜੇ ਗੁਰਬਾਣੀ ਦੀ ਜਿਹੜੀ ਨੌਲੇਜ ਹੈ ਮੈਨੂੰ ਕਰ ਸਕਦੀ ਹੈ, then I bow in front of it. Yes, it's a very big game which I am trying to play and I am trying to understand and learn. Yes, Gurbani has the knowledge to help me walk on this path of self improvement. ਹਾਂਜੀ ਇਕਦਾਤ ਕੌਰ ਜੀ। ਮੈਨੂੰ ਗਲਤੀ ਨਾਲ ਹੈਂਡ ਰੇਜ਼ ਹੋ ਗਿਆ। ਠੀਕ ਹੈ ਬੇਟੇ। ਅਨਾਹਤ ਕੌਰ ਜੀ। So like we should know the meaning of every part, so like we understand what they're saying and like about the good voice and bad voice and other stuff. ਠੀਕ ਹੈ ਜੀ, ਠੀਕ ਹੈ, that's good। ਦੇਖੋ ਆਪਾਂ ਨਾ ਜੇ ਆਪਾਂ ਨੂੰ ਜਿਵੇਂ ਹੁਣ ਅਸੀਂ ਪਿਛਲੀ ਆਪਣੀਆਂ ਕੁਝ ਸਲਾਈਡਸ ਦੇ ਵਿੱਚ ਲਰਨ ਕੀਤਾ ਸੀ ਨਾ, ਜੇ ਆਪਾਂ ਉਹਦੇ ਨਾਲ ਹੀ ਰਿਲੇਟ ਕਰਨਾ ਹੋਏਗਾ, ਜੇ ਆਪਾਂ ਕਹੀਏ ਕਿ ਅਸੀਂ ਲਰਨ ਕਰ ਰਹੇ ਸੀਗੇ ਆਈ ਐਮ ਦ ਬੈਸਟ, ਠੀਕ ਹੈ, ਗੁਰਬਾਣੀ ਮੈਨੂੰ ਸਿਖਾ ਰਹੀ ਹੈ, ਗੁਰਬਾਣੀ ਮੈਨੂੰ ਕੌਨਸਟੈਂਟ ਰਿਮਾਈਂਡਰ ਦੇ ਰਹੀ ਹੈ ਕਿ ਵੀ ਜੇ ਤੁਸੀਂ ਇਹ ਵਾਲੀ ਫੀਲਿੰਗ ਨਾਲ ਆਪਣੀ ਲਾਈਫ ਨੂੰ ਲੀਡ ਕਰੋਗੇ ਆਈ ਐਮ ਦ ਬੈਸਟ, ਦੈਨ ਤੁਸੀਂ ਕਦੇ ਵੀ ਆਪਣੇ ਆਪ ਨੂੰ ਅੱਗੇ ਹੋਰ ਇੰਪਰੂਵ ਨਹੀਂ ਕਰ ਸਕੋਗੇ। ਤੁਸੀਂ ਆਪਣੀ ਲਾਈਫ ਵਿੱਚ ਚੈਲੰਜਸ ਨੂੰ ਫੇਸ ਕਰੋਗੇ ਰੈਗੂਲਰਲੀ ਕਿਉਂਕਿ ਤੁਸੀਂ ਇੰਪਰੂਵਮੈਂਟ ਵੱਲ ਨਹੀਂ ਜਾਓਗੇ। ਠੀਕ ਹੈ ਨਾ। ਅਸੀਂ ਜਿੰਨੀਆਂ ਵੀ ਸਲਾਈਡਾਂ ਦੇ ਵਿੱਚ ਜਿੰਨੀਆਂ ਵੀ ਐਗਜ਼ਾਮਪਲਸ ਦੇ ਥਰੂ ਲਰਨ ਕੀਤਾ ਸੀ ਉਹ ਸਾਰੀ ਗਾਈਡੈਂਸ ਆਪਾਂ ਲਈ ਸੀ ਗੁਰਬਾਣੀ ਤੋਂ। ਠੀਕ ਹੈ, ਉਹਦੇ ਵਰਡਸ ਆਪਾਂ ਉਹਨਾਂ ਨੂੰ ਇੰਗਲਿਸ਼ ਵਿੱਚ ਲਿਖ ਕੇ ਆਪਾਂ ਡਿਫਰੈਂਟ ਸਿਨੈਰੀਓਜ਼ ਦੇ ਥਰੂ ਲਰਨ ਕਰਨ ਦੀ ਕੋਸ਼ਿਸ਼ ਕੀਤੀ, ਬਟ ਆਲ ਦੈਟ ਨੌਲੇਜ ਜਿਹੜੀ ਸੀਗੀ ਉਹ ਸਾਨੂੰ ਗੁਰਬਾਣੀ ਵਿੱਚੋਂ ਮਿਲ ਰਹੀ ਹੈ।
ਸੋ ਇਸੇ ਤਰ੍ਹਾਂ ਹੀ ਆਪਾਂ ਹੋਰ ਬੜੇ ਸਾਰੇ ਸੀਗੇ ਕਿ ਜੇ ਮੈਂ ਆਪਣੀ ਗੁੱਡ ਵੌਇਸ ਨੂੰ ਲਿਸਨ ਕਰਦਾ ਤਾਂ ਮੈਂ ਬੜੀ ਰਿਲੈਕਸਡ ਐਂਡ ਕਾਮ ਲਾਈਫ ਜੀ ਸਕਦਾ ਵਿਦਆਊਟ ਐਨੀ ਫੀਅਰ, ਹੈ ਨਾ। ਇਹ ਵੀ ਅਸੀਂ ਗੁਰਬਾਣੀ ਕੋਲੋਂ ਸਿੱਖਿਆ ਸੀਗਾ। ਇਹ ਸਾਰੀ ਨੌਲੇਜ ਜਿਹੜੀ ਅਸੀਂ ਲੈ ਰਹੇ ਹਾਂ, ਹਾਊ ਆਈ ਕੈਨ ਵਾਕ ਔਨ ਦ ਪਾਥ ਆਫ ਸੈਲਫ ਇੰਪਰੂਵਮੈਂਟ ਐਂਡ ਟਰਾਈ ਟੂ ਜਿਹੜੀ ਹੈ ਪਲੇ ਦ ਗੇਮ ਆਫ ਲਾਈਫ ਜਿਹੜੀ ਹੈ, ਇਹ ਅਸੀਂ ਗੁਰਬਾਣੀ ਕੋਲੋਂ ਗਾਈਡੈਂਸ ਲੈ ਰਹੇ ਹਾਂ। ਠੀਕ ਹੈ ਜੀ। ਹਾਂਜੀ ਇਕਦਾਤ ਕੌਰ ਜੀ। ਅਗਰ ਅਸੀਂ ਗੁਰਬਾਣੀ ਨੂੰ ਫੋਲੋ ਕਰਾਂਗੇ, ਅਸੀਂ ਲਾਈਕ ਇੱਕ ਅੱਛੀ ਲਾਈਫ ਜੀਵਾਂਗੇ, ਤੇ ਫਿਰ ਸਾਨੂੰ ਸਾਨੂੰ ਇੰਨੇ ਜ਼ਿਆਦਾ ਲਾਈਕ ਟਾਈਮ we can just say the truth without fear, ਤੇ ਅਸੀਂ ਲਾਈਕ ਕੋਈ ਗੰਦੀ ਗੱਲ ਵੈਸੇ ਵੀ ਨਹੀਂ ਕਰਾਂਗੇ। ਹਾਂਜੀ ਵੈਰੀ ਗੁੱਡ ਵੈਰੀ ਗੁੱਡ, ਹੈ ਨਾ। ਦੇਖੋ ਦਿਸ ਇਜ਼ ਵਾਟ ਵੀ ਆਰ ਟਰਾਈਂਗ ਟੂ ਲਰਨ, ਕਿ ਵੀ ਜੇ ਅਸੀਂ ਇਹ ਵਾਲੇ ਟਰਸਟ ਨਾਲ ਅਸੀਂ ਗੁਰਬਾਣੀ ਨੂੰ ਸਿੱਖਾਂਗੇ, ਅਸੀਂ ਕੋਈ ਵੀ ਜਿਹੜੀ ਗੇਮ ਵੀ ਸਿੱਖਦੇ ਹਾਂ ਉਹ ਵੀ ਇਹੀ ਕਰਦੇ ਆ ਨਾ। ਜੇ ਅਸੀਂ ਸਾਨੂੰ ਟੀਚਰ ਨੇ ਕੋਈ ਚੀਜ਼ ਸਿਖਾਈ ਹੈ ਸਕੂਲ ਦੇ ਵਿੱਚ, ਜੇ ਅਸੀਂ ਉਹਨੂੰ ਨਹੀਂ ਆਪਣੇ ਆਪ ਵਿੱਚ ਲੈ ਕੇ ਆਉਣਾ ਹੈ, ਅਸੀਂ ਆਪਣੇ ਟੀਚਰ ਤੇ ਫੁੱਲ ਫੇਥ ਰੱਖਦੇ ਹਾਂ, ਟਰਸਟ ਕਰਦੇ ਹਾਂ ਕਿ ਵਾਟ ਐਵਰ ਜਿਹੜਾ ਟੀਚਰ ਹੈ ਉਹ ਮੈਨੂੰ ਸਿਖਾ ਰਿਹਾ, ਉਹ ਠੀਕ ਸਿਖਾ ਰਿਹਾ, ਫਿਰ ਵੀ ਟਰਾਈ ਟੂ ਯੂਜ਼ ਦੈਟ ਨੌਲੇਜ ਜਿਹੜੀ ਮੇਰੀ ਟੀਚਰ ਨੇ ਮੈਨੂੰ ਦਿੱਤੀ ਹੈ, ਤਾਂ ਉਹਨੂੰ ਮੈਂ ਨੌਲੇਜ ਨੂੰ ਯੂਜ਼ ਕਰਕੇ ਆਪਣੀ ਐਜੂਕੇਸ਼ਨ ਦੇ ਵਿੱਚ ਅੱਗੇ ਗਰੋ ਕਰ ਸਕਦਾ। ਇਸੇ ਤਰ੍ਹਾਂ ਹੀ ਜਿਹੜੀ ਸਾਡੀ ਲਾਈਫ ਦੇ ਚੈਲੰਜਸ ਨੇ ਜਿਹੜੇ ਆਪਾਂ ਡਿਸਕਸ ਕਰਦੇ ਆ ਰਹੇ ਹਾਂ, ਜੈਲਸ, ਈਗੋ, ਐਂਗਰ, ਹੈ ਨਾ, ਅਸੀਂ ਕਿੰਨੀਆਂ ਸਾਰੀਆਂ ਚੀਜ਼ਾਂ ਕੌਨਸਟੈਂਟਲੀ ਲਰਨ ਕਰਦੇ ਆ ਰਹੇ ਹਾਂ। ਇਹਨਾਂ ਨੂੰ ਕੰਟਰੋਲ ਕਰਨ ਲਈ, ਇਹਨਾਂ ਦੇ ਵਿੱਚ ਬੈਟਰ ਪਰਸਨ ਬਣਨ ਦੇ ਲਈ, ਇਹਨਾਂ ਨੂੰ ਮੈਂ ਓਵਰਕਮ ਕਰਨ ਲਈ ਮੈਨੂੰ ਗੁਰਬਾਣੀ ਤੋਂ ਸਪੋਰਟ ਲੈਣੀ ਪੈਂਦੀ ਹੈ। ਸੋ ਮੈਂ ਬਾਰ-ਬਾਰ ਗੁਰਬਾਣੀ ਕੋਲ ਆ ਰਿਹਾ। That is why we keep on living with Gurbani every single day. So we need these reminders constantly. ਹਾਂਜੀ ਵੀਰ ਸਿੰਘ ਜੀ। ਮੈਂ ਬੋਲਣਾ ਸੀਗਾ ਕਿ ਮੇਰੇ ਪਾਪਾ ਜੋ ਮੈਨੂੰ ਬੋਲਦੇ ਸੀਗੇ ਕਿ ਸੱਚਾ ਖਾਲਸਾ ਉਹ ਹੁੰਦਾ ਜੋ ਸੱਚ ਨਾਲ ਜਿੰਦਾ ਹੈ। ਹਾਂਜੀ ਆਪਾਂ ਲਰਨ ਕੀਤਾ ਹੈ ਨਾ, ਦਿਸ ਇਜ਼ ਵਾਟ ਗੁਰਬਾਣੀ ਹੈਜ਼ ਟਾਟ ਅਸ ਐਜ਼ ਵੈਲ। ਤੁਸੀਂ ਬਿਲਕੁਲ ਠੀਕ ਕਿਹਾ ਵੀਰ ਸਿੰਘ ਜੀ ਕਿ ਵੀ ਇੱਕ ਅੱਛਾ ਇਨਸਾਨ ਤਾਂ ਹੀ ਬਣ ਸਕਦੇ ਹਾਂ ਅਸੀਂ ਜੇ ਅਸੀਂ ਹਮੇਸ਼ਾ ਸੱਚੇ ਬੰਦੇ ਹੋਵਾਂਗੇ। ਜੇ ਅਸੀਂ ਸੱਚ ਦੀ ਸਪੋਰਟ ਨਹੀਂ ਲਵਾਂਗੇ ਤਾਂ ਫਿਰ ਅਸੀਂ ਪਹਿਲਾਂ ਬਹੁਤ ਸਾਰੇ ਐਗਜ਼ਾਮਪਲਸ ਨਾਲ ਲਰਨ ਕਰ ਚੁੱਕੇ ਹਾਂ ਕਿ ਵੀ ਜੇ ਅਸੀਂ ਝੂਠ ਦੀ ਸਪੋਰਟ ਲਵਾਂਗੇ ਤਾਂ ਫਿਰ ਅਸੀਂ ਆਪਣੇ ਝੂਠ ਵਿੱਚ ਹੀ ਟਰੈਪ ਹੁੰਦੇ ਜਾਵਾਂਗੇ। ਸਾਨੂੰ ਇੱਕ ਝੂਠ ਨੂੰ ਛੁਪਾਉਣ ਲਈ ਦੂਜਾ ਝੂਠ ਬੋਲਣਾ ਪਏਗਾ, ਉਹਨੂੰ ਛੁਪਾਉਣ ਲਈ ਇੱਕ ਹੋਰ ਝੂਠ ਬੋਲਣਾ ਪਏਗਾ। ਸੋ ਵੀ ਕੈਨ ਨਾਟ ਗੋ ਔਨ ਦੈਟ ਪਾਥ। ਸੋ ਉਹ ਸੱਚ ਸਾਡੀ ਸਪੋਰਟ ਵਾਸਤੇ, ਸਾਡੀ ਸੈਲਫ ਇੰਪਰੂਵਮੈਂਟ ਵਾਸਤੇ ਜਿਹੜਾ ਉਹ ਸਾਡੇ ਜਿਹੜੇ ਨਾਲ ਖੜਦਾ। ਇਸ ਕਰਕੇ ਅਸੀਂ ਹਮੇਸ਼ਾ ਸੱਚ ਬੋਲਣਾ ਹੈ। ਇਹ ਆਪਾਂ ਬਹੁਤ ਵਾਰੀ ਪਹਿਲਾਂ ਲਰਨ ਕੀਤੀਆਂ ਇਸ ਐਗਜ਼ਾਮਪਲਸ ਦੇ ਥਰੂ। ਜੇ ਕੋਈ ਕੁਐਸਚਨ ਹੋਣਗੇ ਆਮ ਹੈਪੀ ਟੂ ਆਨਸਰ, ਬਟ ਇਟਸ ਗੁੱਡ, ਇਹ ਸਾਰੀਆਂ ਚੀਜ਼ਾਂ ਸਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ। ਹਾਂਜੀ ਅੰਗਦ ਸਿੰਘ ਜੀ। The hand raised Angad Singh ji and if you're the best and you don't need to practice, बिल्कुल then just get out of the field, and then when the game starts then just play. very good जी, बिल्कुल ठीक कह रहे बेटे। हाँ जी। ਤੁਸੀਂ ਜੇ ਇਹ ਵਾਲੀ ਫੀਲਿੰਗ ਹੋਗੀ, you will never practice to improve. That's very good. ਠੀਕ ਹੈ ਜੀ। okay, let's move on. ਠੀਕ ਹੈ, ਇਹ ਦੇਖੋ ਹੁਣ ਸਾਡੇ ਕੋਲ ਫਿਰ ਐਗਜ਼ਾਮਪਲਸ ਹੈਗੇ ਨੇ ਜਿਹੜੇ ਨੇ ਅਸੀਂ ਹੁਣ ਇੱਥੋਂ ਪੜ੍ਹਦੇ ਹਾਂ। ਹਾਂਜੀ ਜੈਮਨ ਸਿੰਘ ਜੀ ਤੁਸੀਂ ਪੜ੍ਹੋਗੇ ਬੇਟੇ? Here are some of the examples from Gurbani that guide us to keep self-improving. To make our mind understand good things, we need to study the text that has wisdom. ਠੀਕ ਹੈ, ਇਹ ਦੇਖੋ ਗੁਰਬਾਣੀ ਦੀ ਸਾਡੇ ਕੋਲ ਪੰਕਤੀ ਹੈਗੀ ਹੈ। ਕਿਸੇ ਬੱਚੇ ਨੂੰ ਪੜ੍ਹਨੀ ਆਉਂਦੀ ਹੈ ਗੁਰਮੁਖੀ? ਕੋਈ ਬੱਚਾ ਹੈਗਾ ਆਪਣੇ ਕੋਲ ਜਿਹਨੂੰ ਪੜ੍ਹਨੀ ਆਉਂਦੀ ਹੈ? ਹਾਂਜੀ ਇਕਦਾਤ ਕੌਰ ਜੀ ਤੁਸੀਂ ਪੜ੍ਹੋਗੇ? मैं ट्राई कर दिया। हाँ जी बेटे वेरी गुड। मन बोल सकता
ਹਾਂਜੀ ਹਾਂਜੀ ਬੇਟੇ ਆਪਾਂ ਦੇ ਰਹੇ ਸੀਗੇ ਇੱਕ ਦਾਤ ਕੌਰ ਜੀ ਨੂੰ ਇਟ ਇਜ਼ ਗੁੱਡ ਜੇ ਭਾਵੇਂ ਸਲੋਲੀ ਅਟੈਂਪਟ ਕਰੋ ਇਟ ਇਜ਼ ਵੈਰੀ ਗੁੱਡ ਦੇਰ ਇਜ਼ ਨੋ ਰਸ਼ ਜੇ ਆਪਾਂ ਹੌਲੀ ਹੌਲੀ ਸਪੋਰਟ ਨਾਲ ਵੀ ਪੜਾਂਗੇ ਐਟਲੀਸਟ ਵੀ ਟਰਾਈਂਗ ਟੂ ਜਿਹੜਾ ਅਟੈਂਪਟ ਕਿ ਵੀ ਸਾਨੂੰ ਗੁਰਮੁਖੀ ਪੜ੍ਹਨੀ ਆਵੇ ਸੋ ਤੁਸੀਂ ਪੜ੍ਹ ਲਓ ਵੀਰ ਸਿੰਘ ਜੀ ਇੱਕ ਦਾਤ ਕੌਰ ਜੀ ਆਰ ਯੂ ਓਕੇ ਵਿਦ ਇਟ ਯੈਸ ਠੀਕ ਹੈ ਜੀ ਹਾਂਜੀ ਵੀਰ ਸਿੰਘ ਜੀ ਮੈਂ ਪੜ੍ਹ ਰਿਹਾ ਟਰਾਈ ਕਰ ਰਿਹਾ ਸੀਗਾ ਮਨ ਹਾਂਜੀ ਸਮਝਾਵਨ ਹਮ ਮਨ ਸਮਝਾਵਨ ਹਮ ਕਾਰਨ ਕਾਰਨ ਕਾਰਨੇ ਕਾਰਨਿਆਕ ਨਹੀਂ ਨਹੀਂ ਇਹ ਬੇਟੇ ਹੈਗਾ ਕੱਕਾ ਹੈ ਨਾ ਕੱਕਾ ਛੱਛਾ ਫਿਰ ਜੋ ਲੈਂਕੜ ਹੈ ਨਾ ਕਛੂਅਕ ਕਛੂਅਕ ਹਮ ਕਛੂਅਕ ਪਾਰਿਆ ਪੜੀਏ ਗਾਣਾ ਨਹੀਂ ਦੇਖੋ ਇਹ ਮਨ ਸਮਝਾਵਨ ਕਾਰਨੇ ਕਛੂਅਕ ਪੜੀਏ ਗਿਆਨ ਠੀਕ ਹੈ ਹੁਣ ਜੇ ਆਪਾਂ ਇਹਨੂੰ ਸਮਝਣਾ ਹੋਏ ਬਿਲਕੁਲ ਸਿੰਪਲ ਲੈਂਗੁਏਜ ਦੇ ਵਿੱਚ ਠੀਕ ਹੈ ਹੁਣ ਆਪਾਂ ਪਹਿਲਾਂ ਸਾਰੇ ਬੱਚਿਆਂ ਨੇ ਪੜਿਆ ਸੀ ਵਾਟ ਇਜ਼ ਮਨ ਹੈ ਨਾ ਸਾਰਿਆਂ ਨੂੰ ਪਤਾ ਹੈ ਕਿ ਕੋਈ ਕੁਐਸਚਨ ਤਾਂ ਨਹੀਂ ਹੈ ਕਿਸੇ ਨੂੰ ਵੀ ਮਨ ਕੀ ਹੈ ਕਿਸੇ ਬੱਚੇ ਨੇ ਹੈਗਾ ਕਿ ਕੁਐਸਚਨ ਮਨ ਕੀ ਹੈ ਨਾ ਠੀਕ ਹੈ ਮੈਨੂੰ ਨਾ ਦੱਸਦੇ ਜਾਣਾ ਜੇ ਤੁਹਾਨੂੰ ਕਿਧਰੇ ਵੀ ਕਨਫਿਊਜ਼ਨ ਹੋਏਗੀ ਠੀਕ ਹੈ ਆਪਾਂ ਇਹਨੂੰ ਪੜ੍ਹਨਾ ਇਹਨੂੰ ਸਮਝਣਾ ਹੈ ਤਾਂ ਕਿ ਸਾਨੂੰ ਪਤਾ ਚੱਲ ਜੇ ਕਿ ਵੀ ਅਸੀਂ ਗੁਰਬਾਣੀ ਕੋਲ ਕਿਉਂ ਆ ਰਹੇ ਹਾਂ ਵੀ ਵਾਈ ਵਾਟ ਇਜ਼ ਗੁਰਬਾਣੀ ਹੁਣ ਇਹ ਦਿਸ ਇਜ਼ ਅ ਪੰਕਤੀ ਫਰੋਮ ਗੁਰਬਾਣੀ ਜਿਹੜੀ ਮੈਨੂੰ ਸਮਝਾ ਰਹੀ ਹੈ ਕਿ ਵੀ ਮਨ ਸਮਝਾਵਣ ਕਾਰਨੇ ਠੀਕ ਹੈ ਟੂ ਪ੍ਰੋਵਾਈਡ ਦ ਗਾਈਡੈਂਸ ਟੂ ਆਵਰ ਮਾਈਂਡ ਹੈ ਨਾ ਹਾਂਜੀ ਅਨਾਹਤ ਕੌਰ ਜੀ ਬੇਟੇ ਤੁਸੀਂ ਹੈਂਡ ਰੇਜ਼ ਕੀਤਾ Does mandi mean mind? ਹਾਂਜੀ ਬੇਟੇ Does man mean mind? ਮਨ ਮੀਨਸ ਮਾਈਂਡ ਹਾਂਜੀ Okay. ਠੀਕ ਹੈ ਉਹ ਕਹਿੰਦੇ ਕਛੂਅਕ ਪੜੀਏ ਗਿਆਨ ਸੋ ਜਿਹੜਾ ਮੈਨੂੰ ਆਪਣੇ ਮਾਈਂਡ ਨੂੰ ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਸੀ ਟ੍ਰੇਨਿੰਗ ਦੇਣ ਵਾਸਤੇ ਇਹਨੂੰ ਸਮਝਾਉਣ ਵਾਸਤੇ ਇਹਨੂੰ ਪੂਰਾ ਪ੍ਰਪੇਅਰ ਕਰਨ ਵਾਸਤੇ ਟੂ ਪਾਰਟਿਸਿਪੇਟ ਇਨ ਦ ਗੇਮ ਆਫ ਲਾਈਫ ਵੀ ਨੀਡ ਟੂ ਹੈਵ ਔਰ ਸੀਕ ਦ ਸਪੋਰਟ ਜਿਹੜੀ ਹੈ ਫਰੋਮ ਦ ਗੁਰਬਾਣੀ ਗੁਰਬਾਣੀ ਇਜ਼ ਦ ਨੌਲੇਜ ਗੁਰਬਾਣੀ ਇਜ਼ ਦ ਗਿਆਨ ਜਿਹੜਾ ਅਸੀਂ ਲੈਣਾ ਹੈ ਕਿਉਂ ਲੈਣਾ ਹੈ ਕਿਉਂਕਿ ਅਸੀਂ ਆਪਣੇ ਮਨ ਨੂੰ ਜਿਹੜਾ ਉਹ ਟ੍ਰੇਨਿੰਗ ਦੇਣੀ ਹੈ ਅਸੀਂ ਆਪਣੇ ਮਨ ਨੂੰ ਦੱਸਣਾ ਹੈ ਵਾਟ ਇਜ਼ ਦ ਰਾਈਟ ਪਾਥ ਟੂ ਵਾਕ ਔਨ ਦ ਗੇਮ ਆਫ ਲਾਈਫ ਹਾਊ ਕੈਨ ਵੀ ਲਿਸਨ ਟੂ ਦ ਗੁੱਡ ਵੌਇਸ ਹਾਂਜੀ ਅੰਗਦ ਸਿੰਘ ਜੀ Your mind is actually the main thing that does everything with your body. Man is everything which does everything for With your body. ਆਪਾਂ ਇਹਨੂੰ ਹੁਣ ਬੰਦ ਕਰਨਾ ਬੇਟੇ this is what we are trying to learn ਠੀਕ ਹੈ ਨਾ ਕਿ ਵੀ ਜਿਹੜਾ ਮਨ ਹੈ ਨਾ ਇਹ bad voice ਹੈ so we need to now seek the knowledge from Gurbani so that we can keep our mind calm and relaxed and let it listen to the good voice ਆਪਣੀ ਜੋਤ ਦੀ voice ਨੂੰ listen ਕਰਨ ਵਾਸਤੇ ਅਸੀਂ ਟ੍ਰੇਨਿੰਗ ਦੇਣੀ ਹੈ ਇਹਨੂੰ ਠੀਕ ਹੈ ਨਾ at the moment ਅਸੀਂ ਮਨ ਜਿਹੜਾ ਹੈ it's a bad voice ਜਿਹੜਾ ਅਸੀਂ listen ਕਰ ਪਾ ਰਹੇ ਹਾਂ after doing the homework of good voice and bad voice for so many weeks
ਹੁਣ ਅਸੀਂ ਇਸੇ ਕਰਕੇ ਅਸੀਂ ਨੌਲੇਜ ਫਰੋਮ ਦ ਗੁਰਬਾਣੀ ਸੀਕ ਕਰ ਰਹੇ ਹਾਂ। ਇਟ ਇਜ਼ ਅ ਪ੍ਰੈਕਟਿਸ ਵਿਚ ਵੀ ਹੈਵ ਟੂ ਕੀਪ ਔਨ ਡੂਇੰਗ, ਠੀਕ ਹੈ, ਲਾਈਕ anything else in your daily lives. That is why we are reading this, we are referring back to the Gurbani. Hanji Ridhan Singh ji, Is Gurbani a need or a want? wow, excellent. ਤੁਸੀਂ ਮੈਨੂੰ ਦੱਸੋ ਕਿ ਵੀ ਸੈਲਫ ਇੰਪਰੂਵਮੈਂਟ ਵਾਸਤੇ ਸਾਨੂੰ ਗੁਰਬਾਣੀ ਚਾਹੀਦੀ ਹੈ। what do you think ਕਿ ਵੀ is it a want or a need, a self improvement? I think it's a need. Excellent, very good, very good, है ना, क्योंकि we are referring back to Gurbani to help us improve ourselves. And definitely it's my feeling that I think we definitely have a need to improve ourselves. है ना, that's very good question actually. ਹਾਂਜੀ ਇਕਦਾਤ ਕੌਰ ਜੀ। गुरबानी एक टूल है गेम ऑफ लाइफ वास्ते, क्योंकि like it's a need because like you need it to play, to like be a good person and stay calm, and like so you can basically like be a good person and like not get angry like at all times. ਹਾਂਜੀ ਬਿਲਕੁਲ ਠੀਕ ਹੈ ਬੇਟੇ। ਪਤਾ ਕੀ ਹੈਗਾ, ਦੇਖੋ ਇਹਨੂੰ ਜੇ ਆਪਾਂ ਇੱਕ ਹੋਰ ਤਰੀਕੇ ਨਾਲ ਵੀ ਸਮਝਣਾ ਹੋਏ ਨਾ, ਕਿਉਂਕਿ ਜੇ ਕੋਈ ਵੀ ਕਿਸੇ ਵੀ ਚੀਜ਼ ਵਿੱਚ ਅਸੀਂ ਪਾਰਟਿਸਿਪੇਟ ਕਰਦੇ ਹਾਂ, ਜਦੋਂ ਉਹਦੇ ਵਿੱਚ ਬਹੁਤ ਸਾਰੀਆਂ ਡਿਸਟਰੈਕਸ਼ਨਸ ਹੁੰਦੀਆਂ ਨੇ, ਦੈਨ ਵੀ ਆਰ ਨੈਵਰ ਏਬਲ ਟੂ ਕੰਸਨਟਰੇਟ, ਹੈ ਨਾ। ਸੋ ਇਸੇ ਤਰ੍ਹਾਂ ਹੀ ਸਾਡੀ ਗੇਮ ਆਫ ਲਾਈਫ ਦੇ ਵਿੱਚ ਆ ਸਾਰੀਆਂ ਜਿੰਨੀਆਂ ਵੀ ਚੀਜ਼ਾਂ ਅਸੀਂ ਡਿਸਕਸ ਕੀਤੀਆਂ ਨੇ, ਹੈ ਨਾ, ਈਗਰ, ਜੈਲਸੀ, ਐਂਗਰ, ਹੈ ਨਾ, ਤੁਹਾਡੀਆਂ ਜਿਹੜੀਆਂ ਈਗੋ ਹੈਗੀ ਹੈ, ਇਹ ਸਾਰੀਆਂ ਹੈਗੀਆਂ ਡਿਸਟਰੈਕਸ਼ਨਸ। ਸਾਨੂੰ ਗੁਰਬਾਣੀ ਕੀ ਕਹਿ ਰਹੀ ਹੈ ਕਿ ਵੀ ਓਕੇ ਲੈਟ ਅਸ ਵਾਕ ਟੂਗੈਦਰ, ਗੁਰਬਾਣੀ ਵਿਲ ਕੀਪ ਔਨ ਪ੍ਰੋਵਾਈਡ ਜਿਹੜੀ ਰਿਕੁਆਇਰਡ ਗਾਈਡੈਂਸ ਟੂ get away from these distractions and focus on our path of self improvement. So ਇਹ ਸਾਨੂੰ ਆਪਣੀ distractions ਨੂੰ ਦੂਰ ਕਰਨ ਦਾ ਇੱਕ ਵੇ ਸਿਖਾ ਰਹੀ ਹੈ, ਇੱਕ ਤਰੀਕਾ ਸਿਖਾ ਰਹੀ ਹੈ ਕਿ ਵੀ ਤੁਸੀਂ what are you expected to do. This is what Gurbani is doing in our life. So ਜਿਵੇਂ ਸਾਡੀ ਟੀਚਰ ਹੈ, ਜਿਵੇਂ ਸਾਡਾ ਕੋਈ ਸਕੂਲ ਦੇ ਵਿੱਚ ਗੇਮ ਦੇ ਵਿੱਚ ਕੋਈ ਸਾਡਾ ਕੋਚ ਹੈ, ਉਹ ਬਾਰ-ਬਾਰ ਸਾਨੂੰ ਸਿਖਾਉਂਦਾ ਹੈ ਨਾ ਕਿ ਵੀ ਹਾਂ ਤੁਸੀਂ ਇੱਥੇ ਧਿਆਨ ਨਾਲ ਮੇਰੀ ਗੱਲ ਸੁਣੋ। ਜੇ ਤੁਸੀਂ ਕੋਈ ਵੀ ਪੜ੍ਹ ਰਹੇ ਹੋ ਕੋਈ ਚੀਜ਼ ਤਾਂ ਤੁਹਾਨੂੰ ਧਿਆਨ ਲਗਾਉਣਾ ਪੈਂਦਾ ਹੈ, ਔਰ ਤੁਹਾਨੂੰ ਉਹ ਪ੍ਰੋਵਾਈਡ ਕਰਦੇ ਆ ਰਿਕੁਆਇਰਡ ਸਾਰੀਆਂ ਚੀਜ਼ਾਂ, ਕਿਉਂਕਿ ਕਿੱਦਾਂ ਤੁਸੀਂ ਲਿਸਨ ਕਰ ਸਕਦੇ ਹੋ। ਇਸੇ ਤਰ੍ਹਾਂ ਹੀ ਗੁਰਬਾਣੀ ਇਜ਼ ਪ੍ਰੋਵਾਈਡਿੰਗ ਦੈਟ ਗਾਈਡੈਂਸ ਜਿਹੜੀ ਸਾਨੂੰ ਗੁੱਸੇ ਨੂੰ ਕੰਟਰੋਲ ਕਰਨਾ ਸਿਖਾ ਰਹੀ ਹੈ, ਸਾਨੂੰ ਆਪਣੀ ਈਗੋ ਨੂੰ ਕੰਟਰੋਲ ਕਰਨਾ ਸਿਖਾ ਰਹੀ ਹੈ, ਸਾਨੂੰ ਝੂਠ ਬੋਲਣ ਤੋਂ ਬਚਾ ਰਹੀ ਹੈ, ਸਾਨੂੰ ਸੱਚ ਦੇ ਰਸਤੇ ਨੂੰ ਫੋਲੋ ਕਰਨ ਵਾਸਤੇ guidance provide kar rahi hai. So this is all what Gurbani is doing so that we can then live a life of a better human being. ठीक है? हाँ जी। Any questions ਹੁਣ ਹੋਰ? ਇਹਨੂੰ ਥੋੜਾ ਜਿਹਾ ਉਹਦੇ ਨਾਲ ਲਿੰਕ ਵੀ ਕਰ ਸਕਦੇ, ਜਿੱਦਾਂ ਅਸੀਂ ਪਿੱਛੋਂ ਦੀ ਵੀ ਕਹਿ ਰਹੇ ਹਾਂ ਵੀ ਜਿੱਦਾਂ ਅਸੀਂ ਮੈਥਸ ਪੜ੍ਹਨ ਲਈ ਬੁੱਕਸ ਹੁੰਦੀਆਂ ਨੇ, ਇੰਦਾਂ ਹੀ ਬੈਡ ਵੌਇਸ ਨੂੰ ਕੰਟਰੋਲ ਕਰਨ ਲਈ ਸਾਡੇ ਕੋਲ ਇਹ ਬੁੱਕ ਹੈਗੀ ਹੈ। ਇਹ ਸਾਨੂੰ ਕਹਿ ਰਹੇ ਨੇ ਵੀ ਮਨ ਨੂੰ ਸਮਝਾਉਣ ਲਈ, ਕਿਉਂਕਿ ਸਾਡੀ ਬੈਡ ਵੌਇਸ ਹੈ ਸਾਡਾ ਮਨ, ਤੇ ਇਹਨੂੰ ਇਹ ਸਮਝਦਾ ਨਹੀਂ। ਅਸੀਂ ਜਿੱਦਾਂ ਹੁਣ ਟੀਚਰ ਜੀ ਨੇ ਦੱਸਿਆ ਨਾ ਕਿ ਅਸੀਂ ਬਾਰ-ਬਾਰ ਅਸੀਂ ਨੇ ਇੰਨੇ ਵੀਕਸ ਤੋਂ ਅਸੀਂ ਕਰ ਵੀ ਰਹੇ ਹਾਂ ਗੁੱਡ ਵੌਇਸ ਬੈਡ ਵੌਇਸ, ਫਿਰ ਵਾਪਸ ਬੈਡ ਵੌਇਸ ਸਾਡੀ ਆ ਜਾਂਦੀ ਹੈ। ਸੋ ਗੁਰਬਾਣੀ ਸਾਨੂੰ ਕਹਿ ਰਹੀ ਹੈ ਵੀ ਉਹ ਬੈਡ ਵੌਇਸ ਨੂੰ ਸਮਝਾਉਣ ਲਈ, ਜਿੱਦਾਂ ਮੈਥਸ ਨੂੰ ਸਮਝਣ ਲਈ ਅਸੀਂ ਮੈਥਸ ਦੇ ਬੜੇ ਡਿਫੀਕਲਟ ਕੁਐਸਚਨਸ ਹੁੰਦੇ ਨੇ, ਜਦੋਂ ਡਿਫੀਕਲਟ ਕੁਐਸਚਨਸ ਹੁੰਦੇ ਨੇ then what we do, we go back, we read the maths book again, ਜਾਂ ਮੈਂ YouTube ਤੇ ਚਲਾ ਜਾਂਦਾ, ਮੈਂ ਉੱਥੇ ਵੀਡੀਓਜ਼ ਦੇਖਦਾ ਵੀ ਮੈਂ ਇਹਨੂੰ ਕਿੱਦਾਂ ਸੋਲਵ ਕਰਨਾ ਹੈ। ਸੋ ਉਹੀ ਉਹ ਕਹਿ ਰਹੇ ਨੇ ਵੀ ਜਿੱਦਾਂ ਬੈਡ ਵੌਇਸ ਹੈਗੀ ਹੈ, ਇਹਨੂੰ ਸਮਝਾਉਣ ਲਈ ਮੈਨੂੰ ਥੋੜ੍ਹੀ ਜਿਹੀ ਨੌਲੇਜ ਚਾਹੀਦੀ ਹੁੰਦੀ ਹੈ, ਔਰ ਉਹ ਜਿਹੜੀ ਨੌਲੇਜ ਹੈ ਉਹ ਗੁਰਬਾਣੀ 'ਚ ਹੁੰਦੀ ਹੈ। ਸੋ ਮੈਨੂੰ ਲੱਗਦਾ ਕੁਝ ਇੱਦਾਂ ਕਰਕੇ ਸ਼ਾਇਦ ਬੱਚਿਆਂ ਨੂੰ ਥੋੜ੍ਹਾ ਜਿਹਾ ਹੋਰ ਇਹਨੂੰ ਅਗਰ ਅਸੀਂ ਜੇ ਮੈਥ ਸਾਇੰਸ ਨਾਲ ਰਿਲੇਟ ਕਰਾਂਗੇ ਤਾਂ ਸ਼ਾਇਦ ਬੈਟਰ ਸਮਝ ਆ ਜਾਏਗਾ ਨਾ। ਹਾਂਜੀ ਹਾਂ, ਨਹੀਂ ਠੀਕ ਹੈ। ठीक है जी। मैं कॉल एंड होगी सी बिकॉज अपना वाईफाई कुछ हो गया सी। कोई गल नहीं बेटे, दैट्स ओके, कोई गल नहीं।
ਆਪਾਂ ਸ਼ੇਅਰ ਕਰ ਦਾਂਗੇ ਜੀ ਰਿਕਾਰਡਿੰਗ ਕਰਨਾ ਬਾਅਦ 'ਚ। ਠੀਕ ਹੈ ਜੀ, ਹਾਂਜੀ, ਲੈਟਸ ਮੂਵ ਔਨ ਟੂ ਦ ਨੈਕਸਟ ਵਨ ਭਾਜੀ। ਠੀਕ ਹੈ ਜੀ, ਇਹ ਨਾ ਜਿਹੜੀ ਹੈ ਮੈਂ ਗੁਰਮੁਖੀ ਦੀ ਵਾਲੀ ਪੜ੍ਹ ਦੇਣਾ, ਦੈਨ ਤੁਸੀਂ ਜਿਹੜਾ ਹੈ ਉਹ ਥੱਲੇ ਵਾਲੀ ਫਿਰ ਵਿਲ ਗੈਟ ਸਮਬਡੀ ਐਲਸ ਟੂ ਰੀਡ। ਠੀਕ ਹੈ ਜੀ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਸਮਰੱਥ ਸਿੰਘ ਜੀ ਤੁਸੀਂ ਪੜੋਗੇ? To make search your own heart every day, then you won't end up in trouble. ਠੀਕ ਹੈ, ਠੀਕ ਹੈ, ਹਾਂਜੀ। ਹੁਣ ਦੇਖੋ, ਹੁਣ ਗੁਰਬਾਣੀ ਕੀ ਕਹਿ ਰਹੀ ਹੈ? ਆਪਣਾ ਅਸੀਂ ਜਿਵੇਂ ਹੁਣੇ ਗੱਲ ਕੀਤੀ ਸੀ ਨਾ ਸਾਰੀ ਪਹਿਲਾਂ ਹੁਣੇ, ਕਿ ਵੀ ਆਪਣੇ ਆਪ ਨੂੰ ਰਿਮਾਈਂਡਰ ਦੇਣੇ, ਆਪਣੇ ਆਪ ਨੂੰ ਸੈਲਫ ਰਿਫਲੈਕਟ ਕਰਨਾ, ਕੌਨਸਟੈਂਟਲੀ ਆਪਣੀ ਜੋ ਮੇਰੇ ਐਕਸ਼ਨਸ ਨੇ ਉਹਨਾਂ ਨੂੰ ਵਾਚ ਕਰਨਾ, ਇਹ ਸਾਰਾ ਕੁਝ ਹੈਗਾ ਬੰਦੇ ਖੋਜ ਦਿਲ ਹਰ ਰੋਜ਼। ਠੀਕ ਹੈ। ਜੇ ਮੇਰੇ ਕੋਲੋਂ ਅੱਜ ਡਿਊਰਿੰਗ ਦ ਡੇ ਕੋਈ ਆਪਣੀ ਬੈਡ ਵੌਇਸ ਨੂੰ ਲਿਸਨ ਕਰ ਪਾਇਆ, ਮੈਂ I performed an action by listening to my bad voice. ਹੁਣ ਜੇ ਮੈਂ ਇਹਨੂੰ ਅੱਜ ਇਗਨੋਰ ਕਰ ਦਾਂਗਾ, I will repeat the same thing tomorrow again. And then I will keep on repeating the same mistake over and over and over again. ठीक है। सो इसे तरह ताई करके गुरबानी की कह रही है कि you have to constantly self reflect, अपने आप ਨੂੰ ਹਮੇਸ਼ਾ ਉਸ ਲਾਈਟ ਵਿੱਚ ਲੈ ਕੇ ਆਣਾ ਹੈ, ਆਪਣੇ ਐਕਸ਼ਨਸ ਨੂੰ ਰੀਵਿਜ਼ਿਟ ਕਰਨਾ ਹੈ। Why did I listen to this bad voice? ठीक है। And it's not only the bad voice. We should always look back and say, understand that, okay, this was the time when I listened to the good voice as well. ਉਹ ਜਿਹੜੀ ਮੈਂ ਜੇ ਆਪਣਾ ਧਿਆਨ ਸੈਲਫ ਰਿਫਲੈਕਸ਼ਨ ਵੇਲੇ ਗੁੱਡ ਵੌਇਸ ਤੇ ਵੀ ਲਗਾਵਾਂਗਾ, that will help me even more, encourage me even more, ਕਿਉਂਕਿ ਮੈਨੂੰ ਉਹਦੇ ਵਿੱਚੋਂ ਦੀ ਰਿਜ਼ਲਟਸ ਦਿਖਣਗੇ। I was playing with my friends and my mom said, come inside and help with something. ठीक है। ਜਦੋਂ ਮੈਂ ਆ ਕੇ ਆਪਣੀ ਗੁੱਡ ਵੌਇਸ ਨੂੰ ਲਿਸਨ ਕੀਤਾ, ਇਨਸਾਈਡ ਮਮਾ ਨੂੰ ਹੈਲਪ ਕਰਤੀ, ਦੈਨ ਉਸ ਹੈਲਪ ਨੇ ਜਿਹੜੀ ਮੇਰੀ ਰੈਸਟ ਆਫ ਦ ਲਾਈਫ ਸੀਗੀ ਆਫਟਰਨੂਨ ਦੀ ਈਜ਼ੀ ਕਰਤੀ, ਕਿਉਂਕਿ ਮਮਾ ਹੈਡ ਮੋਰ ਟਾਈਮ ਟੂ ਸਪੈਂਡ ਵਿਦ ਮੀ, ਕਿਉਂਕਿ ਮੈਂ ਉਹਨਾਂ ਦੀ ਹੈਲਪ ਕੀਤੀ। ਬਟ ਇਫ ਆਈ ਵੁਡਨਟ ਹੈਵ ਡਨ ਇਟ, ਫਿਰ ਕੀ ਹੈ, ਫਿਰ ਮੇਰੇ ਕੋਲ ਜਿਹੜਾ ਹੈ ਮਮਾ ਕੋਲ ਜ਼ਿਆਦਾ ਟਾਈਮ ਨਹੀਂ ਹੋਏਗਾ ਮੇਰੇ ਨਾਲ ਸਪੈਂਡ ਕਰਨ ਵਾਸਤੇ ਆਫਟਰਨੂਨ ਦੇ ਵਿੱਚ, ਹੈ ਨਾ, ਜਾਂ ਐਨੀ ਟਾਈਮ ਡਿਊਰਿੰਗ ਦ ਡੇ। ਤਾਂ ਜੇ ਮੈਂ ਇਹਨੂੰ ਲੁੱਕ ਬੈਕ ਕਰਾਂਗਾ ਤਾਂ ਇਟ ਵਿਲ ਐਨਕਰੇਜ ਮੀ ਟੂ ਰਿਪੀਟ ਦ ਸੇਮ ਥਿੰਗ ਅਗੇਨ ਟੁਮਾਰੋ। ਸੋ ਸਿਮਿਲਰਲੀ ਜੇ ਤੁਸੀਂ ਬੱਚਿਆਂ ਨੇ ਹੋਮਵਰਕ ਵਿੱਚ ਲਿਖਿਆ ਕਿ ਵੀ ਮੈਂ ਕਿਸੇ ਫਰੈਂਡ ਨੂੰ ਹਿੱਟ ਕੀਤਾ, ਹੈ ਨਾ, ਉਹਦੇ ਨਾਲ ਮੈਂ ਟਰਬਲ ਵਿੱਚ ਆ ਗਿਆ। ਹੁਣ ਜੇ ਮੈਂ ਇਹਨੂੰ ਰੀਵਿਜ਼ਿਟ ਕਰਾਂਗਾ, ਇਹਨੂੰ ਫਿਰ ਦੁਬਾਰਾ ਇੱਕ ਵਾਰੀ ਥਿੰਕ ਕਰਾਂਗਾ ਇਹਦੇ ਬਾਰੇ, then it will push me कि yes, I should not hit anyone, क्योंकि ये मैंने problem create कर रहा है। I am doing this action because I got into anger, है ना। ਹੁਣ ਉਹ ਮੈਨੂੰ ਉਹ ਜਿਹੜਾ ਐਂਗਰ ਹੈ, this is just one step ਕਿ ਮੈਂ ਕਿਸੇ ਨੂੰ ਹਿੱਟ ਕੀਤਾ, ਆਪਣੇ ਬ੍ਰਦਰ ਨੂੰ, ਸਿਸਟਰ ਨੂੰ, ਆਪਣੇ ਫਰੈਂਡ ਨੂੰ। ਬਟ ਜੇ ਮੈਂ ਇਹਨੂੰ ਵਾਪਸ ਦੁਬਾਰਾ ਵਿਜ਼ਿਟ ਕਰਾਂਗਾ ਤਾਂ it will help me to improve. This is what Gurbani is telling me. ਮੈਨੂੰ ਦੋਨੋਂ ਪਾਰਟਸ ਜਿਹੜੇ ਨੇ ਸੈਲਫ ਰਿਫਲੈਕਟ ਕਰਨੇ ਪੈਣਗੇ ਰੈਗੂਲਰਲੀ to encourage me on my path of the self-improvement and walk on the game of life. ਇਹ ਸਮਝ ਆਈ ਜੀ ਕਿਸੇ ਸਾਰੇ ਬੱਚਿਆਂ ਨੂੰ ਗੱਲ? Any confusion on this? ਨਹੀਂ। ਨਹੀਂ। नहीं। ਠੀਕ ਹੈ ਜੀ।
ਨਹੀਂ ਆਨਸਰ ਕਿਹਦਾ ਕੀਤਾ ਉਹਨਾਂ ਨੇ, ਸਮਝ ਆਈ ਕਿ ਕਨਫਿਊਜ਼ਨ ਦਾ? और मेरे को एक सवाल हैगा। ਨਹੀਂ ਉਹਨਾਂ ਨੂੰ ਪੁੱਛ ਲਓ, ਕਲੀਅਰ ਕਰ ਲਓ ਪਹਿਲੇ ਨਾਲ ਹੀ। ਹਾਂਜੀ ਹਾਂਜੀ ਪੁੱਛ ਲਓ ਸਵਾਲ ਬੇਟਾ। ਹਾਂਜੀ ਹਾਂਜੀ ਪੁੱਤਰ ਦੱਸੋ। माइंड सब कुछ कर देगा, फिर माइंड गुड भी कर सकता हैगा। ਕੀ ਕਰ ਸਕਦਾ ਬੇਟੇ ਮਾਈਂਡ? ਤੁਸੀਂ ਕਿਹਾ ਸੀ ਮਾइंड ਅਸੀਂ ਹਟਾਣਾ ਹੈਗਾ ਕਿਉਂਕਿ ਬੈਡ ਹੈਗਾ। ਕਿਉਂਕਿ ਮਾइंड ਗੁੱਡ ਹੈਗਾ ਕਿਉਂਕਿ ਫਿਰ ਤੁਹਾਨੂੰ ਰਾਸਤਾ ਦੱਸਦਾ ਹੈਗਾ ਗੁੱਡ ਵਿਚ ਦਾ ਸਮਟਾਈਮਸ। ਓਕੇ ਲੈਟਸ ਸੇ ਅੰਗਦ ਸਿੰਘ ਜੀ, ਤੁਸੀਂ ਸੌਕਰ ਖੇਡ ਰਹੇ ਹੋ ਨਾ ਅੱਜ ਕੱਲ? ਹਾਂਜੀ ਠੀਕ ਹੈ, ਤੁਸੀਂ ਜਦੋਂ ਸੌਕਰ ਖੇਡਦੇ ਹੋ ਤਾਂ ਤੁਸੀਂ ਗੇਮ ਗਰਾਊਂਡ ਤੇ ਜਾਂਦੇ ਹੋ, ਤਾਂ ਤੁਸੀਂ ਗਰਾਊਂਡ ਦੇ ਵਿੱਚ ਜਦੋਂ ਆਪਣੀ ਟੀਮ ਦੇ ਨਾਲ ਖੇਡਣ ਲੱਗਦੇ ਹੋ, ਦੂਸਰੀ ਟੀਮ ਦੇ ਨਾਲ ਖੇਡਣ ਲੱਗਦੇ ਹੋ, ਵਾਟ ਯੋਰ ਮਾਈਂਡ ਟੈਲਸ ਯੂ ਕਿ ਵੀ ਤੁਹਾਡੇ ਸਾਹਮਣੇ ਜਿਹੜਾ ਦੂਜੀ ਟੀਮ ਦਾ ਪਲੇਅਰ ਹੈ ਨਾ, ਉਹਨੂੰ ਪੁਸ਼ ਕਰਕੇ ਥੱਲੇ ਗਿਰਾ ਦੇ ਸੋ ਦੈਟ ਯੂ ਕੈਨ ਡੂ ਦ ਗੋ ਐਂਡ ਹਿੱਟ ਦ ਗੋਲ। ਠੀਕ ਹੈ, ਠੀਕ ਹੈ, ਕਿਉਂਕਿ ਤੁਹਾਡਾ ਰਸਤਾ ਕਲੀਅਰ ਹੋ ਗਿਆ। ਦਿਸ ਇਜ਼ ਯੋਰ ਮਾਈਂਡ ਟੈਲਿੰਗ ਯੂ ਦਿਸ। ਠੀਕ ਹੈ, ਗੁਰਬਾਣੀ ਕੀ ਕਹਿ ਰਹੀ ਹੈ? ਜਿਹੜੇ ਐਦਾਂ ਦੇ ਐਕਸ਼ਨਸ ਨੇ, ਜਾਂ ਜਦੋਂ ਤੁਸੀਂ ਆਪਣੇ ਘਰ ਆਪਣੇ ਬ੍ਰਦਰ ਨਾਲ ਪਲੇ ਕਰਦੇ ਹੋ, ਜੇ ਤੁਸੀਂ ਉਹਦੇ ਨਾਲ ਫੇਅਰ ਨਹੀਂ ਖੇਡਦੇ ਹੋ, ਦਿਸ ਇਜ਼ ਯੋਰ ਮਾਈਂਡ ਟੈਲਿੰਗ ਯੂ ਨਾਟ ਟੂ ਬੀ ਫੇਅਰ। ਦਿਸ ਇਜ਼ ਯੋਰ ਮਾਈਂਡ ਟੈਲਿੰਗ ਯੂ ਕਿ ਵੀ ਤੁਸੀਂ ਗੁੱਸਾ ਕਰ ਲਓ, ਇਟ ਇਜ਼ ਓਕੇ। ਅਸੀਂ ਕੀ ਕਹਿ ਰਹੇ ਹਾਂ ਕਿ ਵੀ ਅਸੀਂ ਇਸ ਮਾਈਂਡ ਨੂੰ, ਜਿਹੜਾ ਮਾਈਂਡ ਮੈਨੂੰ ਮੇਰੀ ਬੈਡ ਵੌਇਸ ਨੂੰ ਲਿਸਨ ਕਰਨ ਲਈ ਜਿਹੜਾ ਹੈ ਉਹ ਐਨਕਰੇਜ ਕਰ ਰਿਹਾ, ਅਸੀਂ ਇਹਨੂੰ ਟ੍ਰੇਨਿੰਗ ਦੇਣੀ ਹੈ ਵਿਦ ਗੁਰਬਾਣੀ, ਤਾਂ ਕਿ ਅਸੀਂ ਉਸ ਪਾਰਟ ਆਫ ਮਾਈਂਡ ਨੂੰ ਜਿਹੜਾ ਹੁਣ ਮੈਨੂੰ ਤੰਗ ਕਰ ਰਿਹਾ ਸੀ, ਅਸੀਂ ਇਹਨੂੰ ਇੰਪਰੂਵ ਕਰਨਾ ਹੈ। ਠੀਕ ਹੈ, ਇਹਨੇ ਬੈਟਰ ਹੋਣਾ ਹੈ ਵਿਦ ਦ ਹੈਲਪ ਫਰੋਮ ਦ ਗੁਰਬਾਣੀ। ਹਾਂਜੀ ਠੀਕ ਹੈ ਬੇਟੇ? ਹਾਂਜੀ But sometimes your mind can even give you good stuff, like tell you that play with your baby brother and stuff like that. ਹਾਂਜੀ ਬੇਟੇ, that's it. This is the good voice which is coming from your jyot. ਆਪਾਂ ਪਹਿਲਾਂ ਡਿਸਕਸ ਕੀਤਾ ਸੀ ਨਾ, there are two parts here. One is the bad voice which is our mind, and the other one is our good voice which is our jyot. ਠੀਕ ਹੈ, ਇਹਨੂੰ ਆਪਾਂ just to understand ਆਪਾਂ ਇਹਨੂੰ ਐਦਾਂ ਕਰਕੇ two parts ਵਿੱਚ separate ਕਰ ਲਿਆ। ਠੀਕ ਹੈ, ਕਿਸੇ ਵੀ ਚੀਜ਼ ਨੂੰ ਸਮਝਣ ਲਈ sometimes we try to ਜਿਹੜੀਆਂ separate things ਉਹਨੂੰ ਸਮਝਣ ਵਾਸਤੇ। ਠੀਕ ਹੈ, let's not get stuck with one little thing, ਪਰ ਇਸ ਵੇਲੇ ਅਸੀਂ ਕੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ? There are two parts of it. One is the bad voice which is our mind, one is the good voice which is our jyot. So jyot is now constantly guiding me to do the right things. ठीक है, सेल्फ रिफ्लेक्ट करना, झूठ नहीं बोलना, गुस्सा नहीं करना, हेल्प करना। ठीक है, इट इज द जोत गाइडिंग मी, जेडी गुड वॉइस है। इज दैट क्लियर जी बच्चों? Yes. ਹਾਂਜੀ ठीक है जी, ओके जी, लेट्स मूव ऑन फिर। Yes. ठीक है जी, ਹੁਣ ਫਿਰ ਅੱਛਾ ਜੀ, ਹੁਣ ਕਿਹੜੇ ਬੱਚੇ ਨੇ ਕਿਹਾ ਸੀ ਪੜਨ ਵਾਸਤੇ? ਠੀਕ ਹੈ, ਤਰਨ ਸਿੰਘ ਜੀ ਤੁਸੀਂ ਪੜ ਲਓ ਬੇਟੇ। My life should be aligned to teachings of Gurbani, and I should take support of Gurbani at all times. ठीक है, गुर मेरी जीवनी, गुर आधार। ठीक है, ਹੁਣ ਅਸੀਂ ਜਿਵੇਂ ਬਾਰ-ਬਾਰ ਇਹਨੂੰ ਡਿਫਰੈਂਟ ਪੰਕਤੀਆਂ ਅਸੀਂ ਗੁਰਬਾਣੀ ਚੋਂ ਲੈ ਕੇ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਨਾ, ਡਿਫਰੈਂਟ ਸਾਡੇ ਕੋਲ ਰੈਫਰੈਂਸਿਸ ਨੇ ਗੁਰਬਾਣੀ ਦੇ ਵਿੱਚ, ਤਾਂ ਹੀ ਕਰਕੇ ਆਪਾਂ ਇਹਨਾਂ ਨੂੰ ਲੈ ਰਹੇ ਹਾਂ, ਕਿਉਂਕਿ ਅਸੀਂ ਹੁਣ ਗੁਰਬਾਣੀ ਤੋਂ ਸਪੋਰਟ ਲੈ ਰਹੇ ਹਾਂ ਕਿ ਵੀ ਅਸੀਂ ਇੰਨੀਆਂ ਚੀਜ਼ਾਂ ਸਿੱਖੀਆਂ ਪਿਛਲੇ ਫਿਊ ਵੀਕਸ ਦੇ ਵਿੱਚ, ਪਰ ਹੁਣ ਸਾਨੂੰ ਗੁਰਬਾਣੀ ਕੋਲ ਵਾਪਸ ਆ ਕੇ ਦੇਖਣਾ ਸੀ ਕਿ ਵੀ where are the references for all those ਜਿਹੜੀਆਂ slides we were learning from within Gurbani.
ਅਸੀਂ ਤਾਂ ਸਿੱਖ ਲਈਆਂ ਬਹੁਤ ਸਾਰੀਆਂ ਚੀਜ਼ਾਂ, ਪਰ ਹੁਣ ਸਾਡੇ ਕੋਲ ਕੋਈ ਰੈਫਰੈਂਸ ਪੁਆਇੰਟ ਵੀ ਹੋਣਾ ਚਾਹੀਦਾ ਟੂ ਕ੍ਰਾਸ ਚੈੱਕ, ਯੈਸ ਦਿਸ ਇਜ਼ ਵਾਟ ਗੁਰਬਾਣੀ ਇਜ਼ ਟੈਲਿੰਗ ਮੀ। ਹੁਣ ਅਸੀਂ ਇਹੀ ਚੀਜ਼ ਬਾਰ-ਬਾਰ ਗੁਰਬਾਣੀ ਦੀਆਂ ਡਿਫਰੈਂਟ ਪੰਕਤੀਆਂ ਲੈ ਕੇ ਆਪਾਂ ਇਹਨੂੰ ਲਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਗੁਰ ਮੇਰੀ ਜੀਵਨੀ ਗੁਰ ਆਧਾਰ, so my life should be aligned to the teachings of ਗੁਰਬਾਣੀ। ਹੁਣ ਇੱਕ ਹੀ ਚੀਜ਼ ਹੈਗੀ ਹੈ ਕਿ ਮੈਨੂੰ ਮੇਰੇ ਟੀਚਰ ਨੇ ਸਿਖਾਤਾ ਕਿ 2 + 2 = 4। ਹੁਣ ਜੇ ਮੈਂ ਉਹਨੂੰ ਪ੍ਰੈਕਟਿਸ ਕਰਨ ਲੱਗ ਜਾਵਾਂਗਾ then this will become ਮੇਰੀ ਜਿਹੜੀ ਹੈ ਉਹ ਮੇਰੇ ਮਾਈਂਡ ਦਾ ਇੱਕ ਪਾਰਟ ਬਣ ਜਾਏਗਾ। I will not have to think ਜਦੋਂ ਮੇਰੇ ਕੋਲ ਕੋਈ ਕੁਐਸਚਨ ਆਏਗਾ ਕਿ 2 + 2 = 4, ਜੇ ਮੈਂ ਇਹਨੂੰ ਪ੍ਰੈਕਟਿਸ ਕਰਾਂਗਾ। ਸੋ ਗੁਰਬਾਣੀ ਮੈਨੂੰ ਕਹਿ ਰਹੀ ਹੈ ਕਿ ਐਟ ਨੋ ਸਰਕਮਸਟੈਂਸਿਸ ਵਾਟਸੋਐਵਰ ਤੁਸੀਂ ਗੁੱਸਾ ਨਹੀਂ ਕਰਨਾ, ਤੁਸੀਂ ਝੂਠ ਨਹੀਂ ਬੋਲਣਾ। I have to now practice this in every day in my life ਕਿ ਮੈਂ ਝੂਠ ਨਹੀਂ ਬੋਲਣਾ, no matter what, ਠੀਕ ਹੈ। even if I get into trouble by saying the truth, I will still do it। ਇਹ ਪ੍ਰੈਕਟਿਸ ਹੈਗੀ ਹੈ, ਮੈਂ ਕਰਨੀ ਹੈਗੀ ਹੈ। ਤੇ ਇਹ ਹੈ ਕਿ aligning ourselves with the teaching of ਗੁਰਬਾਣੀ। ਮੈਂ ਕੁਝ ਬੋਲ ਸਕਦਾ? ਹਾਂਜੀ ਬੇਟੇ। ਜੇ ਤੁਸੀਂ ਸੱਚ ਬੋਲਦੇ ਹੋ ਤਾਂ ਤੁਹਾਨੂੰ ਗੁੱਸਾ ਜ਼ਿਆਦਾ ਨਹੀਂ ਮਿਲਦਾ, ਕਿਉਂਕਿ ਤੁਸੀਂ ਪਹਿਲਾਂ ਬੋਲਦੇ ਝੂਠ ਬੋਲੋ ਔਰ ਥੋੜਾ ਫਰਦਰ ਲੈ ਕੇ ਜਾਂਦੇ ਹੋ, ਤਾਂ ਫਿਰ ਕੀ ਹੁੰਦਾ ਕਿ ਤੁਹਾਨੂੰ ਜ਼ਿਆਦਾ ਟਰਬਲ ਮਿਲਦਾ ਕਿਉਂਕਿ ਤੁਸੀਂ ਝੂਠ ਬੋਲਿਆ। ਇਟਸ ਨਾਟ ਗੁੱਡ ਟੂ ਸੇ ਟਰੂਥ। ਸੱਚ ਬੋਲਿਆ ਠੀਕ ਹੋ ਜਾਂਦੇ ਕੰਮ, ਝੂਠ ਬੋਲਣਾ ਕੰਮ ਠੀਕ ਨਹੀਂ ਹੁੰਦਾ। ਸੋ ਬਿਲਕੁਲ ਠੀਕ ਬੋਲਿਆ ਤੁਸੀਂ ਵੀਰ ਸਿੰਘ ਜੀ, ਕਿਉਂਕਿ ਅਸੀਂ ਜੇ ਝੂਠ ਬੋਲਾਂਗੇ ਵੀ ਵਿਲ ਗੈਟ ਇਨਟੂ ਮੋਰ ਟਰਬਲ। ਠੀਕ ਹੈ, ਸਾਡੀ ਟਰਬਲ ਘਟੇਗੀ ਨਹੀਂ, ਵੱਧ ਜਾਏਗੀ। ਇਟ ਇਜ਼ ਕਨਸਟੈਂਟਲੀ, ਨਾਲੇ ਸਾਡਾ ਜਿਹੜਾ ਮਾਈਂਡ ਹੈਗਾ ਇਟ ਵਿਲ ਨਾਟ ਬੀ ਏਬਲ ਟੂ ਰਿਲੈਕਸ, ਕਿਉਂਕਿ ਸਾਨੂੰ ਪਤਾ ਹੈ ਕਿ ਵੀ ਹੈਵ ਡਨ ਸਮਥਿੰਗ ਰੋਂਗ ਐਂਡ ਵੀ ਹੈਵ ਲੋਸਟ ਅ ਪੁਆਇੰਟ ਇਨ ਆਵਰ ਗੇਮ ਆਫ ਲਾਈਫ, ਜਿਹੜਾ ਕਿ ਹੁਣ ਸਾਨੂੰ ਬੈਕਵਰਡਸ ਪੁਸ਼ ਕਰ ਰਿਹਾ ਹੈ। You will lose the person, पापा और मम्मा तो ट्रस्ट लूज कर लेंगे। So we are losing the points on the path of ਜਿਹੜਾ game of life ਜਿਹਨੂੰ ਅਸੀਂ ਵਿਨ ਕਰਨ ਵਾਸਤੇ ਲਰਨ ਕਰ ਰਹੇ ਹਾਂ ਸਾਰਾ ਕੁਝ। ਹਾਂਜੀ ਅਨਾਹਤ ਕੌਰ ਜੀ, do you have any question ਬੇਟੇ? Yes, so like if so like you have to lie sometimes because like if someone here like didn't lie and they had to, and sometimes they had to lie because like they will spoil some birthday parties for people. ਸੌਰੀ ਮੈਨੂੰ ਨਾ ਕਲੀਅਰਲੀ ਸੁਣਿਆ ਨਹੀਂ ਬੇਟੇ, ਤੁਸੀਂ ਕੀ ਕਿਹਾ ਕਿ ਵੀ ਕਿਉਂ ਲਾਈ ਕਰਨਾ ਪਏਗਾ ਸਾਨੂੰ? Because like what if like it was someone's birthday and you have to spoil it just because of lying that was celebrating your birthday? ਵੀਰ ਜੀ ਤੁਸੀਂ ਸਮਝ ਪਾ ਰਹੇ ਹੋ ਮੈਨੂੰ? ਸੌਰੀ ਮੈਨੂੰ ਨਹੀਂ ਸਮਝ ਆਈ ਕੀ ਕਹਿਣਾ ਚਾਹ ਰਹੇ। ਨਹੀਂ ਮੈਨੂੰ ਨਹੀਂ ਸਮਝ ਆਇਆ, ਪਰ ਮੈਨੂੰ ਲੱਗਦਾ ਕਿ ਆਨਸਰ ਇਹਦਾ ਬਰਥਡੇ ਹੈ ਤਾਂ ਕਿਉਂ ਝੂਠ ਬੋਲਣਾ ਪਏਗਾ ਬਰਥਡੇ ਵਾਸਤੇ? ਮੈਂ ਬੋਲ ਸਕਦਾ? ਹਾਂਜੀ ਬੇਟੇ। ਮਤਲਬ ਮੈਨੂੰ ਸਮਝ ਆ ਰਿਹਾ ਕਿ ਜਿਵੇਂ ਲਾਈਕ ਤੁਸੀਂ ਬਰਥਡੇ ਪਾਰਟੀ ਜਿਹੜਾ ਰੱਖਦੇ ਹੋ, ਤਾਂ ਫਿਰ ਜਦ ਤੁਸੀਂ ਬਰਥਡੇ ਪਾਰਟੀ ਰੱਖਦੇ ਹੋ ਤੁਸੀਂ ਕਿਸੇ ਨੂੰ ਦੱਸਦੇ ਨਹੀਂ ਹੋ ਕਿ ਬਰਥਡੇ ਪਾਰਟੀ ਹੁੰਦੀ ਹੈ, ਪਰ ਜਦ ਤੁਸੀਂ ਦੱਸਦੇ ਹੋ ਤਾਂ ਫਿਰ ਉਹਨੂੰ ਪਤਾ ਚੱਲ ਜਾਂਦਾ ਕਿ ਕੋਈ ਬਰਥਡੇ ਪਾਰਟੀ ਹੈ ਕਿਸੇ ਤੁਹਾਡਾ, ਤਾਂ ਫਿਰ ਲਾਈਕ ਉਹ ਝੂਠ ਨਹੀਂ ਹੋ ਗਿਆ ਇੱਕ ਟਾਈਪ ਆਫ। ਓਕੇ ਮੈਂ ਸਮਝ ਗਿਆ, ਜੇ ਤੁਸੀਂ ਕਿਸੇ ਨੂੰ ਇਨਵਾਈਟ ਨਹੀਂ ਕਰਨਾ that is when you say lie ਕਿ ਵੀ ਅਸੀਂ ਪਾਰਟੀ ਨਹੀਂ ਕਰ ਰਹੇ। is that what ਤੁਸੀਂ ਕਹਿ ਰਹੇ ਹੋ ਅਨਾਹਤ ਕੌਰ ਜੀ? Yes. ਮੈਂ ਹੁਣ ਸਮਝ ਗਿਆ, ਠੀਕ ਹੈ। ਥੈਂਕ ਯੂ ਵੀਰ ਸਿੰਘ ਜੀ, ਮੈਨੂੰ ਸੌਰੀ ਮੈਨੂੰ 2 ਮਿੰਟ ਲੱਗ ਗਏ ਇਹ ਗੱਲ ਸਮਝਣ ਲਈ। ਹਾਂਜੀ ਬੇਟੇ ਠੀਕ ਹੈ ਨਾ, ਇਟ ਇਜ਼ ਝੂਠ ਬੋਲਣਾ ਇਜ਼ ਨੈਵਰ ਜਸਟੀਫਾਈ। ਠੀਕ ਹੈ, ਆਪਾਂ ਅਸੀਂ ਇਹਨੂੰ ਨਹੀਂ ਜਸਟੀਫਾਈ ਕਰ ਸਕਾਂਗੇ ਕਿ ਵੀ ਮੈਂ ਬਰਥਡੇ ਪਾਰਟੀ ਕਰ ਰਿਹਾ ਔਰ ਆਈ ਐਮ ਟੈਲਿੰਗ ਅਦਰਸ ਕਿ ਵੀ ਮੈਂ ਜਿਹੜਾ ਹੈ ਪਾਰਟੀ ਨਹੀਂ ਕਰ ਰਿਹਾ। ਠੀਕ ਹੈ, ਇਟ ਇਜ਼ ਆਲਵੇਜ਼ ਬੈਟਰ ਟੂ explain ਕਿ ਵੀ why can't you invite some people and there can be number of reasons, ਹੈ ਨਾ। ਜੇ ਅਸੀਂ ਸੱਚ ਦੱਸ ਦਾਂਗੇ then there will be more better environment for us, nobody will complain। ਠੀਕ ਹੈ, ਜੇ ਸਾਡੇ ਫਰੈਂਡਸ ਨੇ you can tell them ਕਿ ਵੀ ਮੇਰੇ ਕੋਲ
ਕੋਈ ਵੀ ਹੁਣ I don't know ਤੁਹਾਡਾ ਕੀ ਰੀਜ਼ਨ ਹੈਗਾ not to invite someone, but it is still better to tell them कि yes I am celebrating the birthday but I can't invite that many people, है ना, मेरे को restriction हैगी है. This is what how much friends I am allowed to invite. It is always better to stick with the truth. ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, at no circumstances whatsoever ਸਾਨੂੰ ਗੁਰਬਾਣੀ ਨੇ ਇਹ ਗੱਲ ਕਹਿਣੀ ਹੈ ਕਿ ਵੀ you can say or tell lie at all. ਠੀਕ ਹੈ, ਇਹ ਤਾਂ ਸਾਡਾ ਬਿਲਕੁਲ, ਅਸੀਂ ਜੇ 10 points plus ਕੀਤੇ ਨੇ ਆਪਣੀ game of life ਵਿੱਚ, we will lose all 10 if we say that I can lie. So we will lose all 10 points. This is how important it is कि भी ਅਸੀਂ ਝੂਠ ਨਹੀਂ ਬੋਲ ਸਕਦੇ. ठीक है, गुरबाणी is very very clear about it. You have to walk on the path of truth no matter what. ठीक, यही ਅਸੀਂ ਪ੍ਰੈਕਟਿਸ ਕਰਨੀ ਹੈ. This is what ਆਪਾਂ ਨੂੰ ਇਹ ਪੰਕਤੀ ਸਿਖਾ ਰਹੀ ਹੈ ਕਿ ਵੀ how I can align myself with the teachings of ਗੁਰਬਾਣੀ. So ਇਹ ਅਸੀਂ ਲਰਨ ਕਰਨਾ ਹੈ. This will become a part of my life ਜੇ ਮੈਂ ਇਹਨੂੰ ਪ੍ਰੈਕਟਿਸ ਕਰਾਂਗਾ. ਪਰ ਜੇ ਇਹਨੂੰ ਮੈਂ ਕਲਾਸ ਵਿੱਚ ਪੜ੍ਹ ਕੇ ਕਲਾਸ ਵਿੱਚ ਹੀ ਛੋੜ ਜਾਵਾਂਗਾ, ਫਿਰ I will never be able to learn this. So this should be now, अपना almost time हो गया है. This should be the practice for next week for all of us. Let us try to stick with the truth for this week. Okay? While doing your homework, सारे बच्चे ध्यान रखना है. Make sure करना है कि भी we will stick with the truth for the whole week. Let us see what the result you guys get after 1 week. But we promise each other here that next week, at no circumstances whatsoever, I will say a lie. So like, I have another question. What does Waheguru mean? ठीक है, अपना ना हुन देखो टाइम हो गया आज. Next week we will start our session with this explanation of what does Waheguru mean. ठीक है बेटे? ठीक है. हाँ जी, हुन अपना टाइम हो गया. So a couple of other बच्चे भी हैं. I have another question. हाँ जी बेटे, तुसी भी दस दो क्वेश्चन अपना. I forgot. ठीक है, कोई गल नहीं बेटे, है ना. नेक्स्ट वीक ਆਪਾਂ ਤੁਸੀਂ ਯਾਦ ਕਰਨਾ, ਫਿਰ ਅਸੀਂ ਕਰ ਲਾਂਗੇ. ਜੈਮਨ ਸਿੰਘ ਜੀ, do you have any other question ਜੀ? हाँ जी, मेरे को एक question है. Is it okay if you lied when like somebody is hunting somebody and comes to you and hides under your desk? Would you lie that to save someone's life? That so the bad people ask that where is he? And then you say you don't know when he's under your desk. Does that count as if you're lying, but you're helping somebody? Very very interesting question, Jaman Singh ji. Yes, we will talk about all these questions next week, but I'm taking them now. It is good that ये question सानू आ रहे ने. We should know कि भी difference की है. Where can I draw a line? ठीक है? It is very good. Keep these questions to yourself. अपना time आज 3 minutes over हो गए and we have to go into another class very soon. So we have to say Fateh today, but keep your questions to yourself if you have any others. ਤੇ ਆਪਾਂ next week ਫਿਰ ਇਹਨਾਂ ਕੁਐਸਚਨਾਂ ਤੋਂ ਹੀ ਸ਼ੁਰੂ ਕਰਾਂਗੇ ਦੁਬਾਰਾ. ਠੀਕ ਹੈ ਜੀ? ਤੇ ਅੱਜ ਆਪਾਂ ਹੁਣ ਫਤਿਹ ਬੁਲਾਉਂਦੇ ਆ. ਵਾਹਿਗੁਰੂ ਜੀ ਕਾ ਖਾਲਸਾ.